ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਾਨ ਮਾਨੈ, ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਭਾਓ। ਪੈਦਾ ਖਾਦਾ ਬਾਦ ਹੈ, ਜਾ ਮਨ ਦੂਜਾ ਭਾਓ। ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆਲਾਓ। ਨਾਨਕ ਨਾਮ ਸਲਾਹੇ ਤੂੰ, ਹੋਰ ਹਉਮੈ ਆਵੋ ਜਾਓ। ਜਨਮੇ ਕਾ ਫਲ ਕਿਆ ਗਣੀ, ਜਾ ਹਰ ਭਗਤ ਨਾ ਭਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਸ਼ਲੋਕ 12 ਤੇ ਵਧੇਕ। ਮਹੱਲਾ ਪਹਿਲਾ। ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਗੋਬਿੰਦ ਰੂਪ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ 12 ਤੋਂ ਵਧੇਕ ਵਧੇ ਹੋਏ ਸ਼ਲੋਕ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਲਿਖਵਾ ਰਹੇ ਹਨ। 10 ਸ਼ਲੋਕਾਂ ਦੀ ਕਥਾ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਅਗਲੇ ਸ਼ਲੋਕਾਂ ਦੀ ਕਥਾ ਆਰੰਭ ਹੋ ਰਹੀ ਹੈ। ਆਪ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਨਮੇ ਕਾ ਫਲ ਕਿਆ ਗਣੀ, ਜਾਂ ਹਰ ਭਗਤ ਨਾ ਭਾਓ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅਸੀਂ ਮਨੁੱਖਾ ਜਨਮ ਧਾਰਨ ਕੀਤਾ ਹੈ। ਇਹਦਾ ਕੋਈ ਮਨੋਰਥ ਹੈ। ਮਨੋਰਥ ਕੀ ਹੈ? ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਗ ਕਾਲ ਏ ਦੇਹ ਸੰਜਰੀਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਪਾਜ ਕੇਵਲ ਨਾਮ। ਜੇ ਅਸੀਂ ਜੀਵਨ ਦੇ ਮਨੋਰਥ ਨੂੰ ਨਹੀਂ ਸਮਝਿਆ, ਫਿਰ ਇਸ ਜੀਵਨ ਦਾ ਫਲ ਕੀ ਸਾਨੂੰ ਪ੍ਰਾਪਤ ਹੋ ਸਕਦਾ ਹੈ? ਕੁਝ ਵੀ ਨਹੀਂ। ਇਸੇ ਲਈ ਹਜ਼ੂਰ ਫਰਮਾਉਂਦੇ ਨੇ, ਜਾਂ ਹਰ ਭਗਤ ਨਾ ਪਾਓ। ਨਾ ਤੇ ਤੁਹਾਡੇ ਅੰਦਰ ਵਾਹਿਗੁਰੂ ਦੀ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਹੁੰਦੀ ਹੈ। ਸਰਵਣ ਸਿਮਰਨ ਔ ਕੀਰਤਨ, ਪਾਦ ਸੇਵ ਅਰਚਾਨ, ਦਾਸਾ ਸਕਪਨ ਬੰਦਨਾ ਸਰਬ ਨਿਵੇਦਨ ਜਾਣ।
ਨਾ ਤੇ ਨਵ ਦਾ ਭਗਤੀ ਵਿੱਚੋਂ ਕੋਈ ਭਗਤੀ ਸਾਡੀ ਅੰਦਰ ਹੈ, ਨਾ ਭਾਵ ਤੇ ਨਾ ਹੀ ਪ੍ਰੇਮ ਹੈ, ਤੇ ਨਾ ਹੀ ਸ਼ਰਧਾ ਹੈ, ਨਾ ਹੀ ਭਰੋਸਾ ਹੈ। ਅਥਵਾ ਜਾਂ ਹਰ ਭਗਤ ਨਾ ਪਾਓ, ਭਾਵ ਭਗਤ ਨੂੰ ਇਕੱਠਾ ਜੋੜ ਕੇ ਇਉਂ ਵੀ ਅਰਥ ਬਣਦਾ ਹੈ, ਜਾਂ ਹਰ ਭਗਤ ਨਾ ਪਾਓ। ਜੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਸਾਡੇ ਅੰਦਰ ਨਹੀਂ ਹੈ, ਫਿਰ ਜਨਮ ਧਾਰਨ ਕੀਤੇ ਦਾ ਫਲ ਕੀ ਗਿਣੀਏ, ਕੀ ਦਸੀਏ। ਭਾਵ ਸਾਡੇ ਜੀਵਨ ਦਾ ਫਲ ਕੋਈ ਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਭਾਵ ਸਾਡੇ ਜੀਵਨ ਦੀ ਕਦੀ ਸਫਲਤਾ ਨਹੀਂ ਹੁੰਦੀ। ਪੈਦਾ ਖਾਦਾ ਬਾਦ ਹੈ, ਜਾ ਮਨ ਦੂਜਾ ਭਾਉ। ਜੇ ਸਾਡੇ ਮਨ ਦੇ ਵਿੱਚ ਭਗਤੀ ਭਾਵ ਨਹੀਂ ਹੈ, ਵਾਹਿਗੁਰੂ ਦਾ ਪਿਆਰ ਸਨੇਹ ਨਹੀਂ ਹੈ, ਤੇ ਉਹਦੇ ਮੁਕਾਬਲੇ ਤੇ ਦੂਜਾ ਭਾਵ ਦੁਐਤ ਭਾਵ ਹੈ। ਕਿਸੇ ਹੋਰਸ ਦਾ ਪ੍ਰੇਮ ਹੈ, ਮਾਇਆ ਦਾ ਪ੍ਰੇਮ ਹੈ, ਧਨ ਦੌਲਤ ਦਾ ਪ੍ਰੇਮ ਹੈ, ਪਰਿਵਾਰ ਦਾ ਪ੍ਰੇਮ ਹੈ, ਸੰਸਾਰ ਦਾ ਮੋਹ ਹੈ। ਜਿੰਨਾ ਚਿਰ ਤੱਕ ਸਾਡੇ ਮਨ ਦੇ ਵਿੱਚ ਦੁਐਤ ਭਾਵ ਹੈ, ਦੂਜਾ ਪ੍ਰੇਮ ਹੈ, ਉਨਾ ਚਿਰ ਤੱਕ ਸਾਡਾ ਖਾਧਾ ਤੇ ਪਹਿਨਿਆ ਹੋਇਆ ਵੀ ਵਿਅਰਥ ਹੁੰਦਾ ਹੈ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹਾਥ ਨਾ ਆਵੈ, ਅਹਲਾ ਜਨਮ ਗਵਾਇਆ। ਸਾਡੇ ਜੀਵਨ ਦਾ ਕੋਈ ਮਨੋਰਥ ਹੈ, ਜੇ ਆਪਾਂ ਉਹਨੂੰ ਨਹੀਂ ਸਮਝਿਆ, ਸਾਡਾ ਖਾਣਾ ਪੀਣਾ ਵੀ ਬੇਅਰਥ ਹੈ, ਤੇ ਸਾਡੇ ਜੀਵਨ ਦਾ ਫਲ ਕੋਈ ਵੀ ਸਾਨੂੰ ਹਾਸਲ ਨਹੀਂ ਹੋ ਸਕਦਾ। ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆਲਾਓ। ਵੇਖਣਾ ਤੇ ਸੁਣਨਾ ਵੀ ਸਾਡਾ ਸਾਰਾ ਹੀ ਝੂਠਾ ਹੈ। ਕਿਉਂ? ਅਸੀਂ ਕਿਸੇ ਨੂੰ ਆਪਣਾ, ਕਿਸੇ ਨੂੰ ਪਰਾਇਆ ਵੇਖਦੇ ਹਾਂ। ਭਾਵ ਸਾਰਿਆਂ ਨੂੰ ਆਪਣਾ ਨਹੀਂ ਵੇਖਦੇ। ਸੁਣਨਾ, ਜੇ ਸੁਣਦੇ ਵੀ ਹਾਂ, ਆਪਣੀ ਵਡਿਆਈ, ਦੂਜੇ ਦੀ ਨਿੰਦਿਆ, ਇਹ ਸਾਨੂੰ ਚੰਗੀ ਲੱਗਦੀ ਹੈ। ਸਾਡਾ ਵੇਖਣਾ ਤੇ ਸੁਣਨਾ ਵੀ ਝੂਠ ਹੈ। ਮੁਖ ਝੂਠਾ ਆਲਾਓ, ਜੋ ਮੁਖ ਤੋਂ ਆਲਾਓ ਕੋਈ ਬਚਨ ਬੋਲਦੇ ਹਾਂ, ਉਹ ਵੀ ਝੂਠਾ ਹੀ ਹੁੰਦਾ। ਇਹਦਾ ਮਤਲਬ ਇਹ ਹੈ, ਜਦੋਂ ਸਾਡਾ ਸੱਚ ਨਾਲ ਪਿਆਰ ਹੀ ਨਹੀਂ, ਗੁਰੂ ਦਾ ਹੁਕਮ ਹੈ ਬੋਲੀਐ ਸੱਚ, ਧਰਮ ਝੂਠ ਨਹਿ ਬੋਲੀਐ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਐ। ਸਾਡਾ ਸੱਚ ਨਾਲ ਪਿਆਰ ਹੀ ਕੋਈ ਨਹੀਂ, ਨਾ ਅਸੀਂ ਸੱਚਾ ਨਾਮ ਜਪਦੇ ਹਾਂ, ਨਾ ਸੱਚੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰਦੇ ਹਾਂ, ਫਿਰ ਜੋ ਮੁਖ ਤੋਂ ਬੋਲਦੇ ਹਾਂ ਉਹ ਵੀ ਝੂਠਾ ਹੀ ਹੁੰਦਾ ਹੈ। ਨਾਨਕ ਨਾਮ ਫਲਾਹੇ ਤੂੰ, ਹੋਰ ਹਉਮੈ ਆਵੋ ਜਾਓ। ਗਰੀਬ ਨਵਾਜ਼ ਸਤਿਗੁਰੂ ਜੀ ਕਹਿੰਦੇ ਨੇ, ਜੇ ਜਨਮ ਦਾ ਅਸਲੀ ਫਲ ਪ੍ਰਾਪਤ ਕਰਨਾ ਹੈ, ਨਾਨਕ ਨਾਮ ਸਲਾਹੇ ਤੋਂ, ਫਿਰ ਵਾਹਿਗੁਰੂ ਦੇ ਨਾਮ ਨੂੰ ਜਪ ਤੇ ਉਹਦੀ ਸਿਫਤ ਸਲਾਹ ਕਰ। ਨਾਮ ਤੇ ਕੀਰਤਨ ਕਲਯੁਗ ਦੇ ਪ੍ਰਧਾਨ ਸਾਧਨ ਨੇ। ਨਾਮ ਜਾਤੀ ਸਾਧਨ ਹੈ, ਕੀਰਤਨ ਜਮਾਤੀ ਸਾਧਨ ਹੈ। ਜੇ ਜੀਵਨ ਨੂੰ ਸਫਲ ਕਰਨਾ ਹੈ, ਫਿਰ ਨਾਮ ਜਪ ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰ। ਹੋਰ ਹਉਮੈ ਆਵੋ ਜਾਓ, ਹੋਰ ਹਉਮੈ ਦੇ ਵਿੱਚ ਜਿੰਨੇ ਵੀ ਤੁਸੀਂ ਧਰਮ ਕਰਮ ਕਰਦੇ ਹੋ, ਉਹਦੇ ਨਾਲ ਆਉਣਾ ਜਾਣਾ ਹੀ ਤੁਹਾਡੇ ਗਲ ਪਿਆ ਰਹੇਗਾ। ਭਾਵ 84 ਦੀ ਭਟਕਣ ਤੋਂ, 84 ਦੇ ਚੱਕਰ ਤੋਂ, ਆਵਾ ਗਵਨ ਤੋਂ ਬਚਿਆ ਨਹੀਂ ਜਾਵੇਗਾ। ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਗਰੀਬ ਨਵਾਜ਼ ਸਤਿਗੁਰੂ ਜੀ ਫਰਮਾਉਂਦੇ ਨੇ, ਜਿਨ੍ਹਾਂ ਨੇ ਜੀਵਨ ਦੇ ਮਨੋਰਥ ਨੂੰ ਸਮਝਿਆ ਹੈ, ਹੈਨ ਵਿਰਲੇ, ਐਸੇ ਮਹਾਂਪੁਰਖ ਵਿਰਲੇ ਨੇ। ਜਗ ਮਹਿ ਉਤਮ ਕਾਢੀਆ ਹੈ, ਵਿਰਲੇ ਕਈ ਕੇ। ਫੈਲ ਫੱਕੜ ਸੰਸਾਰ, ਬਾਕੀ ਤੇ ਸੰਸਾਰ ਫੈਲ ਦਾ ਅਰਥ ਹੈ ਪਖੰਡ ਕਰਦਾ ਹੈ, ਦਿਖਾਵਾ ਕਰਦਾ ਹੈ, ਤੇ ਫੱਕੜ ਦਾ ਅਰਥ ਹੈ ਬਕਵਾਸ ਕਰਦਾ। ਬਿਨਾਂ ਮਤਲਬ ਤੋਂ ਚਬੜ ਚਬੜ ਬੋਲੀ ਜਾਂਦਾ ਹੈ, ਇਹਦਾ ਕੋਈ ਲਾਭ ਨਹੀਂ ਹੈ। ਨਾਨਕ ਲੱਗੀ ਤੁਰ ਮਰੈ,
ਜੀਵਨ ਨਾਹੀ ਤਾਣ। ਲੋ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹ ਦੱਸੋ, ਸੱਚਾ ਪ੍ਰੇਮੀ, ਸੱਚਾ ਆਸ਼ਕ ਪਰਮੇਸ਼ਰ ਦਾ ਕੌਣ ਹੁੰਦਾ ਹੈ? ਤਾਂ ਹਜ਼ੂਰ ਕਹਿੰਦੇ ਨੇ, ਅਖੀਰਲੀ ਪੰਕਤੀ ਹੈ, ਪੈਰਮ ਪੈਕਾਮ ਨਾ ਨਿਕਲੇ ਲਾਇਆ ਤਿੰਨ ਸੁਜਾਨ। ਸੁਜਾਨ ਸ੍ਰੇਸ਼ਟ ਦਾਨਸ਼ਵਰ, ਉਸ ਬੜੇ ਪ੍ਰਵੀਣ ਤੇ ਬੜੇ ਨਿਪੁੰਨ ਸੂਰਬੀਰ ਨੇ ਐਸਾ ਤੀਰ ਮਾਰਿਆ ਹੈ ਜਿਹੜਾ ਕਦੀ ਨਿਕਲ ਨਹੀਂ ਸਕਦਾ। ਭਾਵ ਉਸ ਅਕਾਲ ਪੁਰਖ ਵਾਹਿਗੁਰੂ ਨੇ ਐਸਾ ਪ੍ਰੇਮ ਦਾ ਤੀਰ ਮਾਰਿਆ ਹੈ ਜਿਹੜਾ ਕਦੀ ਨਿਕਲ ਨਹੀਂ ਸਕਦਾ। ਨਾਨਕ ਲੱਗੀ ਤੁਰ ਮਰੈ। ਹਾਜ਼ੂਰ ਕਹਿੰਦੇ ਜਿਸ ਨੂੰ ਪ੍ਰੇਮ ਦੀ ਕਾਨੀ ਲੱਗ ਗਈ ਹੈ, ਕਿਉਂਕਿ ਹੁਣ ਇਸਤਰੀ ਲਿੰਗ ਹੈ, ਨਾਨਕ ਲੱਗੀ ਤੁਰ ਮਰੈ, ਜਿਹਨੂੰ ਪ੍ਰੇਮ ਦੀ ਕਾਨੀ ਲੱਗ ਗਈ ਹੈ ਜਾਂ ਪ੍ਰੇਮ ਦੇ ਤੀਰ ਦੀ ਮੁਖੀ ਨੋਕ ਜਿਸ ਨੂੰ ਚੁੱਭ ਗਈ ਹੈ, ਤੁਰ ਮਰੈ, ਉਹ ਤੁਰੰਤ ਮਰ ਜਾਂਦਾ ਹੈ। ਜਿਸ ਨੂੰ ਪ੍ਰੇਮ ਦੀ ਕਾਨੀ ਵੱਜ ਜਾਵੇ ਉਹ ਜੀਵਤ ਪਾਵ ਤੋਂ ਮਰ ਜਾਂਦਾ ਹੈ, ਉਹਦਾ ਦੇਹ ਅਧਿਆਸ ਮਰ ਜਾਂਦਾ ਹੈ। ਜਿਉਂਦੇ ਜੀ ਸੰਸਾਰ ਦੇ ਨਾਲੋਂ, ਸਰੀਰ ਦੇ ਨਾਲੋਂ ਉਹਦਾ ਮੋਹ ਟੁੱਟ ਜਾਂਦਾ ਹੈ। ਜੀਵਨ ਨਾ ਹੀ ਤਾਣ, ਤੇ ਉਹਦੇ ਵਿੱਚ ਜੀਵਨ ਦਾ ਤਾਣ ਬਲ ਵੀ ਨਹੀਂ ਰਹਿੰਦਾ। ਭਾਵ ਜਿਹੜਾ ਅਸੀਂ ਸਰੀਰਕ ਜੀਵਨ ਜਿਉਂਦੇ ਹਾਂ, ਜਿਸ ਦਾ ਸੰਬੰਧ ਝੂਠੇ ਸੰਸਾਰ ਦੇ ਨਾਲ ਹੀ ਹੈ, ਇਹੋ ਜਿਹੇ ਜੀਵਨ ਦਾ ਤਾਣ ਵੀ ਉਹਦੇ ਵਿੱਚ ਨਹੀਂ ਰਹਿੰਦਾ। ਝੋਟੈ ਸੇਤੀ ਜੋ ਮਰੈ ਲੱਗੀ ਸਾ ਪਰਵਾਨ। ਲੋ ਪ੍ਰੇਮ ਦੀ ਲੱਗੀ ਹੋਈ ਕਾਨੀ ਉਹ ਪ੍ਰਵਾਨ ਕਬੂਲ ਹੁੰਦੀ ਹੈ, ਸਫਲ ਹੁੰਦੀ ਹੈ। ਚੋਟਾ ਸੇਤੀ ਜੋ ਮਰੈ, ਜਿਸ ਦੀ ਚੋਟ ਦੇ ਨਾਲ ਜਿਸ ਨੂੰ ਉਹ ਪ੍ਰੇਮ ਦੀ ਕਾਨੀ ਵੱਜ ਜਾਵੇ ਉਹ ਮਰ ਜਾਵੇ, ਜੀਵਤ ਪਾਵ ਤੋਂ ਮਰ ਜਾਵੇ, ਉਹਦਾ ਦੇਹ ਅਧਿਆਸ ਖਤਮ ਹੋ ਜਾਵੇ, ਸੰਸਾਰ ਨਾਲੋਂ, ਸਰੀਰ ਦੇ ਨਾਲੋਂ ਮੋਹ ਟੁੱਟ ਜਾਵੇ। ਜਿਹੜਾ ਇਸ ਤਰ੍ਹਾਂ ਮਰ ਜਾਂਦਾ ਹੈ, ਫਿਰ ਉਹਨੂੰ ਉਹ ਪ੍ਰੇਮ ਦੀ ਕਾਨੀ ਦੀ ਜਿਹੜੀ ਚੋਟ ਲੱਗੀ ਹੈ ਉਹ ਸਫਲ ਹੈ। ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾ ਪਰਵਾਨ। ਜਿਸ ਨੂੰ ਵਾਹਿਗੁਰੂ ਪ੍ਰੇਮ ਦੀ ਕਾਨੀ ਮਾਰਦਾ ਹੈ ਉਸੇ ਨੂੰ ਲੱਗਦੀ ਹੈ। ਪ੍ਰੇਮ ਅਣਿਆਲਾ ਤੀਰ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਤਿੱਖੀਆਂ ਕੁੰਡੀਆਂ ਵਾਲਾ, ਤਿੱਖੀਆਂ ਨੋਕਾਂ ਵਾਲਾ ਇਹ ਤੀਰ ਹੈ। ਜਿਸ ਨੂੰ ਵਾਹਿਗੁਰੂ ਲਾਵੇ ਉਸੇ ਨੂੰ ਇਹ ਪ੍ਰੇਮ ਦੀ ਕਾਨੀ ਲੱਗਦੀ ਹੈ, ਤੇ ਲੱਗੀ ਤਾਂ ਪ੍ਰਵਾਨ ਹੈ। ਤੇ ਜੇ ਉਸ ਦੇ ਨਾਲ ਜੀਵਤ ਭਾਵ ਤੋਂ ਜੀ ਮਰ ਜਾਂਦਾ ਹੈ। ਪੇਰਮ ਪੈ ਕਾਮ ਨਾ ਨਿਕਲੈ ਲਾਇਆ ਤਿੰਨ ਸੁਜਾਨ। ਪਰਮ ਪਿਆਰੇ ਪਤੀ ਪਰਮੇਸ਼ਰ ਨੇ ਪੈਕਾਮ ਐਸਾ ਪ੍ਰੇਮ ਦਾ ਤੀਰ ਮਾਰਿਆ ਹੈ ਜਿਹੜਾ ਹੁਣ ਕਦੀ ਬਾਹਰ ਨਹੀਂ ਨਿਕਲਦਾ। ਜੇ ਬਾਹਰ ਨਿਕਲਦਾ ਤੇ ਅੰਤੜੀਆਂ ਅੰਦਰਾਂ ਨੂੰ ਬਾਹਰ ਖਿੱਚਦਾ, ਜਾਨ ਕੱਢ ਦਿੰਦਾ। ਲਾਇਆ ਤਿੰਨ ਸੁਜਾਨ, ਉਹ ਬੜਾ ਸਿਆਣਾ ਸੂਰਬੀਰ ਬਹਾਦਰ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਉਹ ਬਹੁਤ ਵੱਡਾ ਤੀਰ ਅੰਦਾਜ਼ ਹੈ। ਉਹ ਸਿਆਣੇ ਤੀਰ ਅੰਦਾਜ਼ ਨੇ ਐਸਾ ਤੀਰ ਮਾਰਿਆ, ਸਾਡੇ ਸੀਨੇ ਨੂੰ ਵਿੰਨ ਦਿੱਤਾ ਹੈ, ਤੇ ਹੁਣ ਸਾਡੀ ਆਤਮਕ ਮੌਤ ਹੋ ਗਈ ਹੈ। ਅਸੀਂ ਜਿਉਂਦੇ ਜੀ ਮਰ ਗਏ ਹਾਂ। ਭਾਂਡਾ ਧੋਵੈ ਕੌਣ ਜੇ ਕੱਚਾ ਸਾਜਿਆ। ਲੋ ਹੁਣ ਗਰੀਬਨ ਵਾਜ ਸਤਿਗੁਰੂ ਜੀ ਕਹਿੰਦੇ ਨੇ, ਸਾਡਾ ਸਰੀਰ ਕੱਚਾ ਭਾਂਡਾ ਹੈ। ਕੱਚਾ ਭਾਂਡਾ ਮਿੱਟੀ ਦਾ ਵੀ ਹੁੰਦਾ, ਤੇ ਇੱਕ ਕੱਚੀ ਧਾਤ ਵੀ ਹੁੰਦੀ ਹੈ। ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਕਹਿਂ ਦੀ ਧਾਤ ਵੀ ਜੂਠੀ ਮੰਨੀ ਹੈ, ਤੇ ਉਹਨੂੰ ਜਿੰਨੀ ਵਰਜੀ ਮਾਰੀ ਧੋਈ ਜਾਓ ਉਹਦੇ ਵਿੱਚੋਂ ਕਾਲਸ ਜੀ ਮਸ ਜੀ ਨਿਕਲਦੀ ਰਹਿੰਦੀ ਹੈ। ਹਾਜ਼ੂਰ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਕੱਚਾ ਸਾਜਿਆ, ਸਰੀਰ ਕੱਚਾ ਭਾਂਡਾ ਵਾਹਿਗੁਰੂ ਨੇ ਬਣਾਇਆ ਹੈ। ਇਹ ਕੱਚਾ ਮਿੱਟੀ ਦਾ ਭਾਂਡਾ ਹੀ ਹੈ, ਮਿੱਟੀ ਦਾ ਘੜਾ ਕਹਿ ਲਓ। ਭਾਂਡਾ ਧੋਵੈ ਕੌਣ, ਇਸ ਭਾਂਡੇ ਨੂੰ ਕੌਣ ਧੋ ਸਕਦਾ ਹੈ। ਕੱਚੇ ਭਾਂਡੇ ਨੂੰ ਜਿੰਨਾ ਮਰਜ਼ੀ ਧੋ ਲਵੋ ਉਹ ਕਦੇ ਸਾਫ਼ ਨਹੀਂ ਹੋ ਸਕਦਾ।
ਹੁਣ ਕੱਚੇ ਘੜੇ ਨੂੰ ਜਿੰਨਾ ਮਰਜ਼ੀ ਧੋਈ ਜਾਓ ਮਿੱਟੀ ਵਿੱਚੋਂ ਖੁਰੀ ਜਾਣੀ ਹੈ। ਕਹੇ ਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋਈ ਜਾਓ ਕਾੜਸ ਲੱਗੀ ਜਾਣੀ ਹੈ। ਦੱਸੋ ਇਸ ਸਾਡੇ ਸਰੀਰ ਰੂਪੀ ਜੀਵਨ ਰੂਪੀ ਭਾਂਡੇ ਨੂੰ ਕੌਣ ਧੋ ਸਕਦਾ ਹੈ? ਇਹਦੇ ਵਿੱਚ ਪਾਪਾਂ ਤੇ ਵਿਕਾਰਾਂ ਦੀ ਇੰਨੀ ਮੈਲ ਭਰੀ ਹੋਈ ਹੈ, ਉਹ ਨਿਕਲਦੀ ਰਹਿੰਦੀ ਹੈ। ਕਾਚੀ ਪੀਤ ਨਾ ਸੁੱਧ, ਕੱਚੀ ਕੰਧ ਨੂੰ ਜਿੰਨਾ ਮਰਜ਼ੀ ਧੋ ਲਵੋ ਕਦੇ ਸ਼ੁੱਧ ਨਹੀਂ ਹੋ ਸਕਦੀ। ਸਾਡਾ ਸਰੀਰ ਵੀ ਵਾਹਿਗੁਰੂ ਨੇ ਕੱਚਾ ਭਾਂਡਾ ਬਣਾਇਆ ਹੈ, ਅਤੇ ਇਹ ਕਿਵੇਂ ਧੋ ਕੇ ਸਾਫ਼ ਹੋ ਸਕਦਾ? ਨਹੀਂ ਹੋ ਸਕਦਾ। ਧਾਤੂ ਪੰਜ ਰਲਾਏ ਕੂੜਾ ਪਾਜਿਆ। ਇਹਦੇ ਵਿੱਚ 5 ਧਾਤੂ ਪ੍ਰਕਿਰਤੀਆਂ ਰਲਾ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰੇ ਮੂਲਕ ਪ੍ਰਕਿਰਤੀਆਂ ਨੇ, ਅਤੇ ਇਹਨਾਂ ਨੂੰ ਰਲਾ ਕੇ ਅਥਵਾ 5 ਤੱਤ ਨੇ, 5 ਤੱਤਾਂ ਦੀਆਂ 5-5 ਪ੍ਰਕਿਰਤੀਆਂ ਨੇ, 25 ਪ੍ਰਕਿਰਤੀਆਂ ਨੂੰ ਰਲਾ ਕੇ ਵਾਹਿਗੁਰੂ ਨੇ ਸਾਡਾ ਸਰੀਰ ਬਣਾਇਆ ਹੈ। ਅਤੇ ਕੂੜਾ ਪਾਜਿਆ, ਇਹਦੇ ਉੱਤੇ ਕੂੜਾ ਹੀ ਪਾਜਿਆ ਦਾ ਅਰਥ ਪੋਚਾ ਵੀ ਮਾਰ ਛੱਡਿਆ, ਪਲਸਤਰ ਵੀ ਕਰ ਦਿੱਤਾ। ਜਿਵੇਂ ਕੱਚੇ ਭਾਂਡੇ ਦੇ ਉੱਤੇ ਉਹਨੂੰ ਬਣਾ ਕੇ ਫਿਰ ਉਹ ਪਾਣੀ ਨਾਲ ਹੱਥ ਗਿੱਲਾ ਕਰਕੇ ਅਤੇ ਉਹਦੇ ਉੱਤੇ ਪੋਚਾ ਮਾਰ ਕੇ ਸਫਾਈ ਲਿਆਂਦੀ ਜਾਂਦੀ ਹੈ। ਇਸੇ ਤਰ੍ਹਾਂ ਸਰੀਰ ਕੱਚਾ ਭਾਂਡਾ ਹੈ, 5 ਧਾਤੂਆਂ ਨੂੰ ਰਲਾ ਕੇ ਇਹਨੂੰ ਬਣਾਇਆ ਗਿਆ ਹੈ, ਅਤੇ ਉੱਤੇ ਝੂਠਾ ਹੀ ਭਾਜਿਆ ਪੋਚਾ ਫੇਰਿਆ ਗਿਆ ਹੈ। ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ। ਲਓ, ਜੇ ਸਾਡਾ ਸਰੀਰ ਰੂਪੀ ਭਾਂਡਾ ਸੱਚੇ ਸਤਿਗੁਰੂ ਨੂੰ ਭਾ ਜਾਵੇ, ਫਿਰ ਉਹ ਇਸ ਭਾਂਡੇ ਨੂੰ ਸ਼ੁੱਧ ਪਵਿੱਤਰ ਕਰ ਸਕਦੇ ਨੇ। ਭਾਂਡਾ ਆਣਗ ਰਾਸ, ਉਹ ਸਾਡੇ ਭਾਂਡੇ ਨੂੰ, ਰਾਸ ਦਾ ਅਰਥ ਹੈ ਸੁੱਚ ਪਵਿੱਤਰ ਕਰ ਸਕਦੇ ਨੇ, ਸਫਾਈ ਵਿੱਚ ਲਿਆ ਸਕਦੇ ਨੇ। ਪਰ ਸ਼ਰਤ ਇਹ ਹੈ, ਜੇ ਗੁਰੂ ਨੂੰ ਪਾ ਜਾਵੇ ਤਾਂ ਇਹ ਸਾਡੇ ਜੀਵਨ ਦਾ ਭਾਂਡਾ ਸ਼ੁੱਧ ਪਵਿੱਤਰ ਸਾਫ਼ ਹੋ ਸਕਦਾ ਹੈ। ਪਰਮ ਜੋਤ ਜਾ ਗਾਏ ਵਾਜਾ ਵਾਵਸੀ। ਉਹ ਕਿਵੇਂ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਰੂਪੀ ਭਾਂਡੇ ਦੇ ਵਿੱਚ ਪਰਮ ਜੋਤ, ਜਿਹੜੀ ਵਾਹਿਗੁਰੂ ਦੀ ਬ੍ਰਹਮ ਗਿਆਨ ਦੀ ਜੋਤ ਹੈ, ਉਹਨੂੰ ਅੰਦਰ ਜਗਾ ਕੇ ਚਾਨਣ ਕਰ ਦੇਣਗੇ, ਅਤੇ ਨਾਲ ਹੀ ਵਾਜਾ ਵਾਇਸੀ ਵਾਹਿਗੁਰੂ ਪਰਮੇਸ਼ਰ ਦੇ ਜਸ ਦਾ ਵਾਜਾ ਵਜਾਉਣਗੇ। ਫਿਰ ਇਹ ਸਾਡਾ ਜਿਹੜਾ ਕੱਚਾ ਭਾਂਡਾ ਹੈ ਪੱਕ ਜਾਵੇਗਾ, ਅਤੇ ਫਿਰ ਇਹ ਸਾਫ਼ ਸੁਥਰਾ ਹੋ ਜਾਵੇਗਾ, ਇਹ ਪਵਿੱਤਰ ਹੋ ਜਾਵੇਗਾ, ਇਹਦੀ ਮੈਲ ਪਾਪਾਂ ਅਤੇ ਵਿਕਾਰਾਂ ਦੀ ਸਾਰੀ ਚਲੀ ਜਾਵੇਗੀ। ਪਰਮ ਜੋਤ ਜਗ ਆਏ, ਜਿਵੇਂ ਕੱਚੇ ਭਾਂਡੇ ਨੂੰ ਅੱਗ ਦੇ ਵਿੱਚ ਪਕਾ ਕੇ ਫਿਰ ਉਹਨੂੰ ਪੱਕਾ ਕਰ ਲਿਆ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਸਾਡਾ ਸਰੀਰ ਕੱਚਾ ਭਾਂਡਾ ਹੈ, ਇਹਦੇ ਵਿੱਚ ਪਰਮ ਜੋਤ ਨੂੰ ਜਗਾ ਕੇ, ਭਾਵ ਬ੍ਰਹਮ ਗਿਆਨ ਦੀ ਅਗਨੀ ਦੇ ਨਾਲ ਇਸ ਨੂੰ ਪਕਾ ਕੇ, ਫਿਰ ਇਹਦੇ ਵਿੱਚ ਵਾਹਿਗੁਰੂ ਦੇ ਜਸ ਦਾ ਵਾਜਾ ਵਜਾਇਆ ਜਾਂਦਾ ਹੈ। ਫਿਰ ਇਹ ਭਾਂਡਾ ਸਾਡਾ ਸ਼ੁੱਧ ਪਵਿੱਤਰ ਹੋ ਜਾਂਦਾ ਹੈ। ਮਨ ਹੋ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ। ਲੋ, ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨਮੁਖਾਂ ਦੀ ਹਾਲਤ ਦੱਸਣ ਲੱਗੇ ਨੇ। ਮਨ ਹੋ ਜੋ ਅੰਧੇ ਕੂਪ, ਜਿਹੜੇ ਮਨ ਕਰਕੇ ਅੰਨੇ ਨੇ। ਮਨ ਕਰਕੇ ਅੰਨੇ ਕੌਣ ਨੇ? ਕੂਪ, ਜਿਨ੍ਹਾਂ ਦੇ ਅੰਦਰ ਮੋਹ ਮਾਇਆ ਦਾ, ਅਗਿਆਨ ਦਾ, ਅਵਿਦਿਆ ਦਾ, ਭਰਮ ਦਾ, ਮਾਇਆ ਦੇ ਮੋਹ ਦਾ ਕੁੱਪ ਹਨੇਰਾ ਛਾਇਆ ਹੋਇਆ। ਉਹ ਮਾਨਸਿਕ ਤੌਰ 'ਤੇ ਅੰਨੇ ਨੇ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਈ ਨਾਨਕਾ ਜੇ ਖਸਮਾਹੋਂ ਕੁੱਥੇ ਜਾਹੇ। ਮਨ ਦੇ ਅੰਨੇ ਉਹ ਨੇ ਜਿਨ੍ਹਾਂ ਨੂੰ ਸੰਸਾਰ ਦਿਸਦਾ ਪਰ ਨਿਰੰਕਾਰ ਨਹੀਂ ਦਿਸਦਾ, ਜਿਨ੍ਹਾਂ ਨੂੰ ਦੁਨੀਆ ਦਿਸਦੀ ਪਰ ਰੱਬ ਦੀ ਦਰਗਾਹ 'ਤੇ ਯਕੀਨ ਨਹੀਂ ਆਉਂਦਾ। ਕਹਿੰਦੇ ਕੋਈ ਦਰਗਾਹ ਨਹੀਂ, ਕੋਈ ਸੁਰਗ ਨਰਕ ਨਹੀਂ। ਉਹ ਮਾਨਸਿਕ ਤੌਰ 'ਤੇ ਅੰਨੇ ਨੇ। ਹਾਜ਼ੂਰ ਕਹਿੰਦੇ ਨੇ ਕਹਿਆ ਬਿਰਦ ਨਾ ਜਾਣਨੀ। ਉਹ ਆਪਣੇ ਮੂੰਹੋਂ ਕੋਈ ਨਾ ਕੋਈ ਕਹਿਆ ਬਚਨ ਤੇ ਕਹਿ ਦਿੰਦੇ ਨੇ, ਪਰ ਉਸ ਬਚਨ ਨੂੰ ਪੂਰਾ ਵੀ ਕਰਨਾ ਚਾਹੀਦਾ। ਜੋ ਮੂੰਹੋਂ ਬਚਨ ਆਖਿਆ ਗਿਆ ਹੈ ਉਸ ਉੱਤੇ ਪਹਿਰਾ ਵੀ ਦੇਣਾ ਚਾਹੀਦਾ। ਬਿਰਦ ਤੋਂ ਭਾਵ ਹੈ ਆਪਣਾ ਫਿਰ ਉਹ ਫਰਜ਼ ਨਹੀਂ ਜਾਣਦੇ। ਜੋ ਬਚਨ ਕਿਹਾ ਹੈ ਉਹਨੂੰ ਪੂਰਾ ਵੀ ਕਰਨਾ ਹੈ, ਇਸ ਗੱਲ ਦੇ ਉੱਤੇ ਉਹ ਪਹਿਰਾ ਨਹੀਂ ਦਿੰਦੇ।
ਬਿਰਧ ਤੋਂ ਭਾਵ ਆਪਣੇ ਫਰਜ਼ ਦੀ ਪਛਾਣ ਨਹੀਂ ਕਰਦੇ। ਬਿਰਧ ਦਾ ਅਰਥ ਧਰਮ ਵੀ ਹੈ। ਧਰਮ ਕੀ ਕਹਿੰਦਾ ਹੈ? ਬਈ ਤੁਸੀਂ ਝੂਠ ਨਹੀਂ ਬੋਲਣਾ, ਜੋ ਬਚਨ ਕਹਿ ਦਿੱਤਾ ਉਸ ਉੱਤੇ ਪੂਰੇ ਰਹੋ। ਪਰ ਸਾਡਾ ਸੁਭਾਅ ਕੁਛ ਐਸਾ ਬਣ ਗਿਆ ਹੈ, ਮਾੜੀ ਮਾੜੀ ਗੱਲ 'ਤੇ ਅਸੀਂ ਝੂਠ ਬੋਲਣ ਲੱਗ ਜਾਂਦੇ ਹਾਂ ਜਾਂ ਕਹਿ ਕੇ ਵੀ ਮੁੱਕਰ ਜਾਂਦੇ ਹਾਂ। ਪਰ ਨਹੀਂ, ਗੁਰੂ ਦੇ ਸਿੱਖ ਦੀ ਜ਼ੁਬਾਨ ਤੋਂ ਜੋ ਇੱਕ ਬਚਨ ਨਿਕਲ ਗਿਆ, ਫਿਰ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ। ਪਰ ਮਨਮੁਖ ਬੰਦੇ ਕਹਿ ਤਾਂ ਦਿੰਦੇ ਨੇ, ਪਰ ਉਸ ਬਚਨ ਨੂੰ ਪੂਰਾ ਨਹੀਂ ਕਰਦੇ, ਅਤੇ ਇਸ ਬਿਰਧ ਫਰਜ਼ ਨੂੰ ਉਹ ਨਹੀਂ ਜਾਣਦੇ, ਨਹੀਂ ਪਛਾਣਦੇ। ਮਨ ਅੰਧੈ ਊਂਧੈ ਕਵਲ, ਦੇਸਨ ਖਰੇ ਕਰੂਪ। ਬਿਰਧ ਦਾ ਅਰਥ ਧਾਰਮਿਕ ਨਿਯਮ। ਇਹ ਇੱਕ ਧਾਰਮਿਕ ਨਿਯਮ ਹੈ, ਜੋ ਬਚਨ ਕਿਹਾ ਹੈ ਉਸ ਨੂੰ ਪੂਰਾ ਕਰੋ। ਪਰ ਉਹ ਕਹਿ ਤਾਂ ਦਿੰਦੇ ਨਹੀਂ, ਪਰ ਪੂਰਾ ਕਰਨ ਦਾ ਜਿਹੜਾ ਧਾਰਮਿਕ ਨਿਯਮ ਹੈ ਉਹਨੂੰ ਭੁੱਲ ਜਾਂਦੇ ਨੇ। ਮਨ ਅੰਧਾ ਊਂਧਾ ਕਵਲ, ਉਹ ਮਨ ਕਰਕੇ ਅੰਨੇ ਨੇ, ਅਤੇ ਉਹਨਾਂ ਦਾ ਜਿਹੜਾ ਹਿਰਦਾ ਰੂਪੀ ਕਮਲ ਹੈ ਉਹ ਵੀ ਊਂਧਾ ਹੈ, ਉਹ ਵਾਹਿਗੁਰੂ ਤੋਂ ਉਲਟਾ ਬੇਮੁਖ ਹੋਇਆ ਹੋਇਆ। ਦਿਸਣ ਖਰੇ ਕਰੂਪ, ਅਤੇ ਜਿਹੜੀਆਂ ਉਹਨਾਂ ਦੀਆਂ ਸ਼ਕਲਾਂ ਨੇ, ਉਹਨਾਂ ਦੇ ਸਰੂਪ ਨੇ, ਉਹ ਵੀ ਬੜੇ ਡਰਾਉਣੇ ਨੇ, ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਮ ਕ੍ਰੋਧ ਆਦਿਕ ਵਿਕਾਰ ਉਹ ਝਲਕਦੇ ਨੇ। ਇਸੇ ਲਈ ਦੇਖਣ ਨੂੰ ਵੀ ਬੜੇ ਕੋਝੇ ਰੂਪ ਵਾਲੇ ਪ੍ਰਤੀਤ ਹੁੰਦੇ ਹਨ। ਇੱਕ ਕਹਿ ਜਾਣਨ ਕਹਿਆ ਬੂਝਣ, ਤੇ ਨਰ ਸੁਗੜ ਸਰੂਪ। ਲਓ, ਇੱਕ ਇਹੋ ਜਿਹੇ ਵੀ ਧਰਮੀ ਬੰਦੇ ਨੇ, ਇੱਕ ਕਹਿ ਜਾਣਨ, ਉਹ ਕਹਿਣਾ ਵੀ ਜਾਣਦੇ ਨੇ, ਅਤੇ ਕਹਿਆ ਬੁੱਝਣ, ਕਹੇ ਨੂੰ ਸਮਝਦੇ ਵੀ ਨੇ। ਭਾਵ ਜੋ ਕਹਿੰਦੇ ਨੇ ਸੋਚ ਸਮਝ ਕੇ ਕਹਿੰਦੇ ਨੇ, ਜੋ ਕਹਿ ਦਿੱਤਾ ਫਿਰ ਉਸ ਉੱਤੇ ਪਹਿਰਾ ਦਿੰਦੇ ਨੇ। ਇਹ ਸਿਆਣੇ ਬੰਦਿਆਂ ਦਾ ਕੰਮ ਹੈ। ਅਤੇ ਨਰ ਸੁਗੜ ਸਰੂਪ, ਉਹ ਨਰ ਪੁਰਸ਼ ਬੜੇ ਸੁਗੜ ਚਤਰ ਨੇ ਅਤੇ ਬੜੇ ਸੁੰਦਰ ਸਰੂਪ ਵਾਲੇ ਨੇ। ਦੋ ਕਿਸਮ ਦੀ ਸੁੰਦਰਤਾ ਹੁੰਦੀ ਹੈ, ਇੱਕ ਸੂਰਤ ਦੀ, ਇੱਕ ਸੀਰਤ ਦੀ। ਸੂਰਤ ਤੋਂ ਭਾਵ ਬਾਹਰੋਂ ਆਪਾਂ ਕਿਸੇ ਦੀ ਸੁੰਦਰਤਾ ਨੂੰ ਵੇਖਦੇ ਹਾਂ, ਪਰ ਉਹਦੇ ਅੰਦਰ ਦੈਵੀ ਗੁਣ ਵੀ ਹਨ। ਇਸ ਗੱਲ ਦੀ ਆਪਾਂ ਪਰ ਘੱਟ ਹੀ ਕਰਦੇ ਹਾਂ। ਇਸੇ ਲਈ ਕੋਈ ਬਾਹਰਲੀ ਸੁੰਦਰਤਾ 'ਤੇ ਡੁੱਲ ਜਾਂਦੇ ਨੇ, ਅਤੇ ਮਗਰੋਂ ਸਾਰੀ ਉਮਰ ਹੀ ਦੁਖੀ ਹੁੰਦੇ ਨੇ, ਪਰੇਸ਼ਾਨ ਹੁੰਦੇ ਨੇ, ਅਤੇ ਆਪ ਹੀ ਖੁਸ਼ਾਮਦ ਕਰਦੇ ਰਹਿੰਦੇ ਨੇ। ਸਾਰੇ ਦਿਨ ਦੀ ਗੁਲਾਮੀ ਗਲ ਵਿੱਚ ਪਾਈ ਰੱਖਦੇ ਨੇ। ਲਓ, ਹਜ਼ੂਰ ਕਹਿੰਦੇ ਨੇ ਵੀ ਜਿਹੜੇ ਸੂਰਤ ਅਤੇ ਸੀਰਤ ਦੇ ਸੋਹਣੇ ਉਹੀ ਨੇ, ਵੀ ਜਿਹੜੇ ਆਪਣੇ ਮੂੰਹੋਂ ਬਚਨ ਆਖਦੇ ਨੇ ਅਤੇ ਸੋਚ ਸਮਝ ਕੇ ਆਖਦੇ ਨੇ। ਜੋ ਕਹਿਣਾ ਹੁੰਦਾ ਉਹਨੂੰ ਜਾਣਦੇ ਨੇ ਵੀ ਇਹਨੂੰ ਪੂਰਾ ਕਰਨਾ ਹੈ, ਅਤੇ ਜੋ ਕਿਹਾ ਹੁੰਦਾ ਉਹਦੇ ਮਤਲਬ ਨੂੰ ਸਮਝਦੇ ਨੇ, ਉਹਦੇ ਨਤੀਜੇ ਨੂੰ ਸਮਝਦੇ ਨੇ, ਉਹਦਾ ਰਿਜ਼ਲਟ ਕੀ ਹੋਣ ਵਾਲਾ ਉਹਨੂੰ ਵੀ ਉਹ ਸਮਝਦੇ ਨੇ। ਉਹ ਬੜੇ ਸੁਘੜ ਸਿਆਣੇ ਅਤੇ ਬੜੇ ਸੋਹਣੇ ਸਰੂਪ ਵਾਲੇ ਪੁਰਸ਼ ਹਨ। ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇੱਕ ਇਹੋ ਜਿਹੇ ਦੁਨੀਆ ਵਿੱਚ ਮੂਰਖ ਬੰਦੇ ਵੀ ਹਨ, ਨਾਦ ਜਿਨ੍ਹਾਂ ਨੂੰ ਕੀਰਤਨ ਦਾ, ਸੰਗੀਤ ਦਾ ਵੀ ਕੋਈ ਗਿਆਨ ਨਹੀਂ ਹੈ, ਨਾ ਸ਼ੌਕ ਹੈ ਸੁਣਨ ਦਾ। ਵੇਦ ਦਾ ਅਰਥ ਹੈ ਗਿਆਨ, ਅਤੇ ਨਾ ਹੀ ਉਹਨਾਂ ਨੂੰ ਕੋਈ ਗੁਰਬਾਣੀ ਦਾ ਗਿਆਨ, ਗੁਰਮਤਿ ਦਾ ਗਿਆਨ ਪ੍ਰਾਪਤ ਕਰਨ ਦਾ ਕੋਈ ਮਨ ਦੇ ਵਿੱਚ ਸ਼ੌਕ ਹੈ। ਨਾ ਕੀਰਤਨ ਸਿੱਖਣ ਦਾ, ਅਤੇ ਨਾ ਗੁਰਬਾਣੀ ਦੀ ਕਥਾ ਵਿਚਾਰ ਸਿੱਖਣ ਦਾ ਮਨ ਦੇ ਵਿੱਚ ਸ਼ੌਕ ਹੈ। ਨਾ ਗੀਯ ਰਸ, ਅਤੇ ਨਾ ਹੀ ਗੀਤਾਂ ਦਾ ਰਸ ਹੈ। ਭਾਵ ਜਿਹੜੇ ਧਾਰਮਿਕ ਗੀਤ ਨੇ, ਕਵਿਤਾਵਾਂ ਨੇ, ਉਹ ਵੀ ਕੋਈ ਪੜ੍ਹਨ ਦਾ, ਸਿੱਖਣ ਦਾ, ਸੁਣਨ ਦਾ ਕੋਈ ਸ਼ੌਕ ਨਹੀਂ ਹੈ। ਰਸ ਕਸ ਨਾ ਜਾਣੰਤ, ਅਤੇ ਜਿਹੜੇ ਹੋਰ ਰਸ ਕਸ ਨੇ, ਭਾਵ ਜਿਹੜੇ ਚੰਗੇ ਰਸ ਨੇ, ਜਿਵੇਂ ਯੋਗ ਦਾ ਰਸ ਹੈ, ਯੋਗੀ ਲੋਕ ਪ੍ਰਾਣਾਯਾਮ ਕਰਦੇ ਨੇ ਰਸ ਕਸ, ਅਤੇ ਫਿਰ ਉਹ ਯੋਗ ਦੇ ਅਤੇ ਹੋਰ ਜਿਹੜੇ ਕੋਈ ਇਹੋ ਜਿਹੇ ਸਾਧਨ ਨੇ, ਯੱਗ, ਯੋਗ, ਯਮ, ਨੇਮ ਆਦਿਕ, ਇਹਨਾਂ ਦੇ ਰਸ ਕਸ ਨੂੰ ਵੀ ਨਹੀਂ ਜਾਣਦੇ। ਜਾਂ ਰਸ ਕਸ ਦਾ ਅਰਥ ਇਹ ਵੀ ਕੀਤਾ ਹੈ, ਰਸ ਜਿਹੜੇ ਮਿੱਠੇ ਰਸ ਨੇ, ਅਤੇ ਕਸ ਜਿਹੜੇ ਕਸੈਲੇ ਰਸ ਨੇ।
ਮਿੱਠੇ ਤੇ ਕੌੜਿਆਂ ਦੇ ਰਸ ਦੇ ਭਾਵ ਨੂੰ ਵੀ ਉਹ ਨਹੀਂ ਜਾਣਦੇ। ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਇੱਕ ਇਹੋ ਜਿਹੇ ਵੀ ਉਜੜ ਮੂਰਖ ਬੰਦੇ ਨੇ, ਨਾ ਉਹਨਾਂ ਨੂੰ ਕੋਈ ਸਿੱਧੀ ਦਾ ਗਿਆਨ ਹੈ। ਸਿੱਧੀ ਦਾ ਅਰਥ ਆਤਮਕ ਸ਼ਕਤੀ ਦਾ ਹੈ। ਉਹਨਾਂ ਨੂੰ ਆਤਮਕ ਸ਼ਕਤੀ 'ਤੇ ਵੀ ਭਰੋਸਾ ਨਹੀਂ ਹੈ। 18 ਸਿੱਧੀਆਂ ਮੰਨੀਆਂ ਨੇ, 8 ਉਹਨਾਂ ਵਿੱਚੋਂ ਮੁੱਖ ਨੇ। ਅਣਮਾ ਮਹਿਮਾ ਗਰਮਤਾ ਲਗਮਾ ਪ੍ਰਾਪਤ ਜਾਨ ਵਸੀ ਕਰਨ ਪੁਨ ਈਖਤਾ ਅਸ਼ਸਿਧ ਕੇ ਨਾਮ। ਅਤੇ ਉਹਨਾਂ ਨੂੰ ਨਾ ਸਿੱਧੀ ਦਾ ਗਿਆਨ ਹੈ ਅਤੇ ਨਾ ਬੁੱਧ ਆਤਮ ਵਿਸ਼ੈਣੀ ਬੁੱਧੀ ਦਾ ਹੀ ਉਹਨਾਂ ਨੂੰ ਕੋਈ ਗਿਆਨ ਹੈ, ਨਾ ਅਕਲ ਸਾਰ ਅਤੇ ਨਾ ਹੀ ਉਹਨਾਂ ਨੂੰ ਵਿਵਹਾਰਕ ਅਕਲ ਦੀ ਸਾਰ ਹੈ। ਅਥਵਾ ਸੇਵਾ ਕਰਨ ਵਾਸਤੇ ਵੀ ਬੁੱਧੀ ਚਾਹੀਦੀ ਹੈ, ਸਿਮਰਨ ਕਰਨ ਵਾਸਤੇ ਵੀ ਬੁੱਧੀ ਚਾਹੀਦੀ ਹੈ, ਬਾਣੀ ਪੜ੍ਹਨ ਵਾਸਤੇ ਵੀ, ਕਥਾ ਸਿੱਖਣ ਵਾਸਤੇ ਵੀ, ਕੀਰਤਨ ਸਿੱਖਣ ਵਾਸਤੇ ਵੀ ਬੁੱਧੀ ਚਾਹੀਦੀ ਹੈ। ਅਤੇ ਨਾ ਉਹਨਾਂ ਨੂੰ ਆਤਮਕ ਸਿੱਧੀ ਦਾ ਗਿਆਨ ਹੈ ਅਤੇ ਨਾ ਹੀ ਆਤਮ ਵਿਸ਼ੈਣੀ ਬੁੱਧੀ ਦਾ ਗਿਆਨ ਹੈ, ਅਤੇ ਨਾ ਹੀ ਉਹਨਾਂ ਨੂੰ ਕੋਈ ਬਾਣੀ ਕੀਰਤਨ ਕਥਾ ਸੰਥਿਆ ਕਰਨ ਵਾਲੀ ਅਕਲ ਦੀ ਸਰ ਦਾ ਅਰਥ ਕੋਈ ਸਾਰ ਹੈ। ਸਰ ਦਾ ਅਰਥ ਸਾਰ ਕੀਤਾ, ਇਹ ਟੁਕਦਾ ਵੀ ਹੈ, ਜਾਂ ਅਕਲ ਸਰ ਇਹਦਾ ਇਹ ਵੀ ਕੀਤਾ। ਉਹ ਅਕਲ ਦੇ ਬੁੱਧੀ ਦੇ ਚੰਗੀ ਅਕਲ ਦੇ ਸਰ ਸਰੋਵਰ ਵੀ ਨਹੀਂ ਬਣ ਸਕਦੇ। ਅੱਖਰ ਕਾ ਪਿਓ ਨਾ ਲਹੰਤ, ਅਤੇ ਨਾ ਹੀ ਉਹਨਾਂ ਨੂੰ ਕਿਸੇ ਅੱਖਰ ਦੇ ਭੇਤ ਨੂੰ ਉਹ ਜਾਣਦੇ ਨੇ। ਕਈ ਗੂਠਾ ਛਾਪੀ ਹੁੰਦੇ ਨੇ ਅਤੇ ਉਹਨਾਂ ਨੂੰ ਆਹ ਜਿਹੜੀ ਗੁਰਮੁਖੀ ਦੀ 35 ਹੈ ਨਾ, ਊੜਾ ਐੜਾ, ਇਹਦਾ ਵੀ ਗਿਆਨ ਨਹੀਂ ਹੁੰਦਾ। ਅਤੇ ਜੇ ਉਹਨਾਂ ਨੂੰ ਕੋਈ ਪੜ੍ਹਾਵੇ ਵੀ ਅਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ। ਉਂਗਲ ਕਿਤੇ ਹੋਰ ਰੱਖੀ ਹੁੰਦੀ ਆ, ਪੜ੍ਹਦੇ ਕੁਝ ਹੋਰ ਹੁੰਦੇ ਨੇ। ਕਈ ਇਹੋ ਜਿਹੇ ਮੂਰਖ ਅਤੇ ਉਜੜ ਮੋਟੀ ਅਕਲ ਵਾਲੇ ਲੋਕ ਹੁੰਦੇ ਨੇ। ਉਹਨਾਂ ਦੀ ਹਾਲਤ ਗੁਰੂ ਮਹਾਰਾਜ ਦੱਸਦੇ ਨੇ ਵੀ ਅੱਖਰ ਕਾ ਪਿਓ ਨਾ ਲਹੰਤ, ਅਤੇ ਉਹਨਾਂ ਨੂੰ ਕਿਸੇ ਅੱਖਰ ਦਾ ਵੀ ਭੇਤ ਨਹੀਂ ਸਮਝ ਆਉਂਦਾ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਸਲੀ ਜਿਹੜੇ ਖਰ ਗਧੇ ਨੇ, ਖੋਤੇ ਨੇ, ਉਹ ਪੁਰਸ਼ ਅਸਲੀ ਗਧੇ ਨੇ। ਕੌਣ? ਜੇ ਬਿਨ ਗੁਣ ਗਰਭ ਕਰੰਤ, ਜਿਹੜੇ ਬਿਨਾਂ ਗੁਣਾਂ ਤੋਂ ਹੀ ਹੰਕਾਰ ਕਰਦੇ ਨੇ। ਗੁਣਾਂ ਦਾ ਹੰਕਾਰ ਹੋਣਾ ਇਹ ਕੁਦਰਤੀ ਹੈ, ਇਹ ਮਨੁੱਖ ਦਾ ਸੁਭਾਅ ਹੀ ਹੈ। ਹਮ ਬੜ ਕਾਬੋ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਗੁਣ ਦਾ ਗਿਆਨ ਹੋਣਾ ਇਹ ਮਨੁੱਖ ਦੀ ਵੱਡੀ ਕਮਜ਼ੋਰੀ ਹੈ। ਪਰ ਜਿਹੜੇ ਬਿਨਾਂ ਗੁਣਾਂ ਤੋਂ ਹੀ ਹੰਕਾਰ ਕਰਦੇ ਨੇ, ਕਈ ਅਨਪੜ੍ਹ ਵੀ ਗੱਲਾਂ ਵਿੱਚ ਵਾਰੀ ਨਹੀਂ ਆਉਣ ਦਿੰਦੇ। ਕਹਿੰਦੇ ਪੜ੍ਹੇ ਲਿਖੇ ਤਾਂ ਮੂਰਖ ਹੁੰਦੇ ਨੇ, ਅਸੀਂ ਉਹਨਾਂ ਨਾਲੋਂ ਵੱਧ ਸਿਆਣੇ ਹਾਂ। ਜਿਹੜੇ ਬਿਨਾਂ ਗੁਣਾਂ ਤੋਂ ਹੀ ਹੰਕਾਰ ਕਰਦੇ ਨੇ ਵੀ ਉਹ ਅਸਲੀ ਗਧੇ ਨੇ, ਉਹ ਮੁਲਤਾਨੀ ਖੋਤੇ ਨੇ, ਜਿਹੜੇ ਬਹੁਤਾ ਭਾਰ ਚੁੱਕਦੇ ਹਨ। ਸੋ ਬ੍ਰਾਹਮਣ ਜੋ ਬਿੰਦੈ ਬ੍ਰਹਮ। ਲੋ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਕੋਲ ਕੋਈ ਬ੍ਰਾਹਮਣ ਆਇਆ, ਉਹ ਕਹਿੰਦਾ ਮੈਂ ਬ੍ਰਾਹਮਣ ਹਾਂ। ਗੁਰਸਿੱਖ ਕਹਿਣ ਲੱਗੇ, ਮਹਾਰਾਜ ਜਿਹੜਾ ਅਸਲੀ ਬ੍ਰਾਹਮਣ ਹੈ ਉਹਦੇ ਲੱਛਣ ਕੀ ਹੁੰਦੇ ਨੇ, ਉਹਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਹਨ? ਤਾਂ ਗਰੀਬਨ ਵਾਜ ਸਤਿਗੁਰੂ ਜੀ ਨੇ ਇਸ ਸ਼ਲੋਕ ਦੇ ਵਿੱਚ ਬ੍ਰਾਹਮਣ ਦੀਆਂ ਨਿਸ਼ਾਨੀਆਂ ਦੱਸੀਆਂ ਨੇ। ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਅਸਲੀ ਬ੍ਰਾਹਮਣ ਉਹ ਹੈ ਜਿਹੜਾ ਉਸ ਬ੍ਰਹਮ ਨੂੰ ਬਿੰਦਾ ਦਾ ਅਰਥ ਜਾਣ ਲੈਂਦਾ। ਜਿਸ ਨੂੰ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋ ਜਾਵੇ ਉਹ ਅਸਲੀ ਬ੍ਰਾਹਮਣ ਹੋ ਸਕਦਾ ਹੈ। ਜਪ ਤਪ ਸੰਜਮ ਕਮਾਵੇ ਕਰਮ। ਫਿਰ ਉਹ ਗੁਰ ਮੰਤਰ ਦਾ ਜਾਪ ਕਰਦਾ, ਧਰਮ ਦੀ ਕਿਰਤ ਅਤੇ ਗੁਰੂ ਦੀ ਸੇਵਾ ਦਾ ਤਪ ਵੀ ਕਰਦਾ ਹੈ। ਗੁਰ ਸੇਵਾ ਤਪਾਂ ਸਿਰ ਤਪ ਸਾਰ, ਅਤੇ ਸੰਜਮ ਉਹ ਇੰਦਰੀਆਂ ਦਾ ਦਮਨ ਵੀ ਕਰਦਾ ਹੈ ਅਤੇ ਕੁਰੈਤਾਂ ਤੋਂ ਵੀ ਬਚ ਕੇ ਰਹਿੰਦਾ ਹੈ। ਵਿਸ਼ੇ ਵਿਕਾਰਾਂ ਤੋਂ, ਨਸ਼ਿਆਂ ਵਿਸ਼ਿਆਂ ਤੋਂ ਵੀ ਪਰਹੇਜ਼ ਰੱਖਦਾ ਹੈ। ਕਮਾਵੇ ਕਰਮ, ਅਤੇ ਸਾਰੇ ਧਰਮ ਦੇ ਕੰਮ ਹੀ ਕਮਾਉਂਦਾ। ਪਾਪ ਵਾਲੇ ਕਰਮ ਨਹੀਂ ਕਰਦਾ, ਉਹ ਸਾਰੇ ਧਰਮ ਦੇ ਕੰਮ ਹੀ ਕਰਦਾ ਹੈ। ਸੀਲ ਸੰਤੋਖ ਕਾ ਰੱਖੈ ਧਰਮ। ਫਿਰ ਸੀਲ ਦਾ ਅਰਥ ਹੈ ਉਹਦਾ ਮਿੱਠਾ ਸੁਭਾਅ ਹੁੰਦਾ, ਮਿੱਠਾ ਬੋਲਣਾ। ਅਤੇ ਸੰਤੋਖ ਦਾ ਧਰਮ, ਸੰਤੋਖ ਦਾ ਨਿਯਮ,
ਸੰਤੋਖ ਦਾ ਸੁਭਾਅ ਉਹ ਧਾਰਨ ਕਰਕੇ ਰੱਖਦਾ ਹੈ। ਬੰਧਨ ਤੋੜੈ ਹੋਵੈ ਮੁਕਤ। ਫਿਰ ਉਹ ਮੋਹ ਮਾਇਆ ਦੇ, ਕਰਤਾ ਭੋਗਤਾ ਦੇ, ਹੰਗਤਾ ਮਮਤਾ ਦੇ ਬੰਧਨਾਂ ਨੂੰ ਤੋੜ ਦਿੰਦਾ ਹੈ ਤੇ ਹੋਵੈ ਮੁਕਤ। ਫਿਰ ਉਹ ਜੀਵਨ ਮੁਕਤ ਹੋ ਜਾਂਦਾ ਹੈ ਤੇ ਜੀਵਨ ਮੁਕਤ ਹੋ ਕੇ ਫਿਰ ਵਧੇ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਸੋਈ ਬ੍ਰਾਹਮਣ ਪੂਜਨ ਜੁਗਤ। ਅਸਲੀ ਉਹੀ ਬ੍ਰਾਹਮਣ ਹੈ ਤੇ ਪੂਜਨ ਜੁਗਤ ਉਹੀ ਪੂਜਨ ਦੇ ਯੋਗ ਹੈ। ਭਾਈ ਉਸ ਬ੍ਰਾਹਮਣ ਦਾ ਸਤਿਕਾਰ ਕਰੋ ਜਿਹੜਾ ਬ੍ਰਹਮ ਗਿਆਨੀ ਬਣ ਗਿਆ। ਜਿਹੜੇ ਪੁਰਾਣੇ ਧਰਮ ਸ਼ਾਸਤਰ ਨੇ ਉਹਨਾਂ ਵਿੱਚ ਵੀ ਇਹ ਲਿਖਿਆ ਹੋਇਆ ਹੈ, ਇੱਕ ਦੋਹਰਾ ਇੱਕ ਸ਼ਲੋਕ ਆਉਂਦਾ ਹੈ, ਜਨਮ ਜਾਏ ਤੇ ਸ਼ੂਦਰਾ ਸੰਸਕਾਰੇ ਦਜੋਤਮਾ ਵੇਦ ਪਾਠੀ ਬਭੇਦ ਵਿਪਰਾ ਬ੍ਰਹਮ ਜਣੰਤੀ ਤੀ ਬ੍ਰਾਹਮਣ। ਜਿਹੜਾ ਬ੍ਰਹਮ ਨੂੰ ਜਾਣ ਲਵੇ ਅਸੀਂ ਬ੍ਰਾਹਮਣ ਉਹ ਹੈ। ਹਜ਼ੂਰ ਨੇ ਵੀ ਆਖਿਆ ਵੀ ਜਿਹੜਾ ਬ੍ਰਹਮ ਨੂੰ ਜਾਣ ਲੈਂਦਾ ਹੈ ਉਹੀ ਬ੍ਰਾਹਮਣ ਪੂਜਨ ਦੇ ਯੋਗ ਹੈ। ਖੱਤਰੀ ਸੋ ਜੋ ਕਰਮਾ ਕਾ ਸੂਰ। ਹੁਣ ਜਦੋਂ ਬ੍ਰਾਹਮਣ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਪਦੇਸ਼ ਦਿੱਤਾ, ਇਹ ਖੱਤਰੀ ਵੀ ਆ ਗਿਆ। ਉਹ ਕਹਿੰਦਾ ਮਹਾਰਾਜ ਮੈਨੂੰ ਹੁਣ ਦੱਸੋ ਖੱਤਰੀ ਕਿਹੋ ਜਿਹਾ ਹੁੰਦਾ ਹੈ। ਖੱਤਰੀ ਜਿਹੜਾ ਲਫ਼ਜ਼ ਹੈ ਨਾ, ਇਹ ਖੱਤਰੀ ਖੇਤਰੀ ਸ਼ਸਤਰਧਾਰੀ ਤੋਂ ਬਣੇ ਹੈ। ਸ਼ਸਤਰਧਾਰੀ ਸੂਰਮੇ ਨੂੰ ਖੱਤਰੀ ਕਹਿੰਦੇ ਸਨ। ਲਓ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੁਣ ਖੱਤਰੀ ਦਾ ਜੋ ਅਸਲੀ ਲਕਸ਼ਣ ਹੈ, ਉਹਦੀਆਂ ਨਿਸ਼ਾਨੀਆਂ ਨੇ ਉਹ ਦੱਸਣ ਲੱਗੇ ਨੇ। ਖੱਤਰੀ ਸੋ ਜੋ ਕਰਮਾ ਕਾ ਸੂਰ। ਖੱਤਰੀ ਉਹ ਸ਼ਸਤਰਧਾਰੀ ਉਹ ਹੈ ਜਿਹੜਾ ਕਰਮਾਂ ਦਾ ਸੂਰਬੀਰ ਹੋਵੇ। ਇਹਦਾ ਮਤਲਬ ਇਹ ਹੈ ਸੂਰਬੀਰ ਬਚਨ ਕੇ ਬਲੀ, ਜਿਹੜਾ ਆਪਣੇ ਬਹਾਦਰੀ ਵਾਲੇ ਕਰਮ ਕਰਕੇ ਦਿਖਾਵੇ ਉਹ ਅਸਲੀ ਸ਼ਸਤਰਧਾਰੀ ਧਰਮੀ ਸੂਰਮਾ ਹੋ ਸਕਦਾ ਹੈ। ਪੁੰਨ ਦਾਨ ਕਾ ਕਰੈ ਸਰੀਰ। ਇੱਥੋਂ ਤੱਕ ਉਹ ਆਪਣੇ ਸਰੀਰ ਦਾ ਵੀ ਪੁੰਨ ਦਾਨ ਕਰ ਦੇਵੇ। ਜਦੋਂ ਲੋੜ ਪਵੇ ਧਰਮ ਵਾਸਤੇ, ਦੇਸ਼ ਵਾਸਤੇ ਤੇ ਕੌਮ ਵਾਸਤੇ ਉਹ ਆਪਣਾ ਸਿਰ ਵੀ ਕੁਰਬਾਨ ਕਰ ਦੇਵੇ ਤੇ ਆਪਣੀ ਜੀਵਨ ਦੀ ਆਹੂਤੀ ਦੇ ਦੇਵੇ। ਉਹ ਅਸਲੀ ਸ਼ਸਤਰਧਾਰੀ ਧਰਮੀ ਸੂਰਮਾ ਹੋ ਸਕਦਾ ਹੈ। ਖੇਤ ਪਛਾਣੈ ਬੀਜੈ ਦਾਨ। ਤੇ ਜੇ ਉਹ ਜੰਗ ਨਹੀਂ ਕਰਨਾ ਚਾਹੁੰਦਾ, ਖੇਤੀਬਾੜੀ ਕਰਨੀ ਚਾਹੁੰਦਾ ਹੈ, ਖੇਤ ਪਛਾਣੈ, ਉਹ ਪਹਿਲਾਂ ਫਿਰ ਆਪਣੇ ਖੇਤ ਦੀ ਪਛਾਣ ਕਰੇ, ਨਿਰਖ ਪਰਖ ਕਰੇ ਵੀ ਇਹ ਖੇਤ ਵਾਹਿਆ ਸਵਾਰਿਆ ਗਿਆ ਹੈ। ਫਿਰ ਉਹਦੇ ਵਿੱਚ ਨਾਮ ਦਾ ਬੀਜ ਬੀਜੇ। ਦਾਨ ਤੋਂ ਭਾਵ ਦਾਣਾ, ਬੀਜ। ਪਹਿਲਾਂ ਆਪਣੇ ਖੇਤ ਦੀ ਪਛਾਣ ਕਰੇ, ਨਿਰਖ ਪਰਖ ਕਰੇ ਤੇ ਫਿਰ ਉਹਦੇ ਵਿੱਚ ਬੀਜ ਬੀਜਣਾ ਕਰੇ। ਜਿਵੇਂ ਇੱਕ ਥਾਂ ਤੇ ਸਤਿਗੁਰੂ ਮਹਾਰਾਜ ਦਾ ਬਚਨ ਆਉਂਦਾ ਹੈ, ਜੈਸੇ ਧਰਤੀ ਸਾਧੈ ਬਹੁ ਬਿਧ ਬਿਨ ਬੀਜੈ ਨਹੀਂ ਜਾਮੈ। ਧਰਤੀ ਨੂੰ ਜਿੰਨਾ ਮਰਜ਼ੀ ਕੋਈ ਵਾਹੀ ਸਵਾਰੀ ਜਾਵੇ, ਪਰ ਜੇ ਉਹਦੇ ਵਿੱਚ ਬੀਜ ਨਾ ਬੀਜੇ ਤੇ ਫਿਰ ਉਹ ਕਦੀ ਉਹਦੀ ਮਿਹਨਤ ਸਫਲ ਨਹੀਂ ਹੋ ਸਕਦੀ। ਪਹਿਲਾਂ ਖੇਤ ਦੀ ਪਛਾਣ ਕਰੇ, ਫਿਰ ਉਹਦੇ ਵਿੱਚ ਨਾਮ ਦਾ ਬੀਜ ਬੀਜੇ। ਸੋ ਖੱਤਰੀ ਦਰਗਾਹ ਪ੍ਰਵਾਨ। ਭਾਈ ਉਹ ਖੱਤਰੀ ਸ਼ਸਤਰਧਾਰੀ ਸੂਰਮਾ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਲੱਭ ਲੋਭ ਜੇ ਕੂੜ ਕਮਾਵੈ। ਜਿਹੜਾ ਖੱਤਰੀ ਹੋ ਕੇ ਫਿਰ ਉਹ ਬਾਣੀਆਂ ਬਣ ਜਾਂਦਾ ਹੈ, ਦੁਕਾਨਦਾਰ ਵਪਾਰੀ ਬਣ ਜਾਂਦਾ ਹੈ। ਲੱਭ ਲੋਭ ਜੇ ਕੂੜ ਕਮਾਵੈ, ਜਿਹਨੂੰ ਖਾਣ ਪੀਣ ਦਾ ਚਸਕਾ ਪੈ ਜਾਂਦਾ ਹੈ ਤੇ ਬਹੁਤੀ ਮਾਇਆ ਇਕੱਠੀ ਕਰਨ ਦਾ ਲੋਭ ਪੈਦਾ ਹੋ ਜਾਂਦਾ ਹੈ ਤੇ ਫਿਰ ਝੂਠ ਬੋਲਦਾ। ਜਿਹੜਾ ਲੱਭ ਲੋਭ ਦੇ ਵਸ ਪੈ ਕੇ ਜਿਹੜਾ ਝੂਠ ਬੋਲਦਾ ਹੈ ਤੇ ਝੂਠੇ ਕੰਮ ਕਰਦਾ ਹੈ, ਠੱਗੀਆਂ ਮਾਰਦਾ ਹੈ ਤੇ ਨਾਲ ਝੂਠ ਬੋਲਦਾ ਹੈ, ਆਪਣਾ ਕੀਤਾ ਆਪੇ ਪਾਵੈ। ਫਿਰ ਉਹ ਆਪਣੇ ਕੀਤੇ ਕਰਮ ਦਾ ਫਲ ਆਪ ਹੀ ਭੋਗਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਖੱਤਰੀ ਹੈ ਉਹਨੂੰ ਸ਼ਸਤਰਧਾਰੀ ਹੋ ਕੇ ਧਰਮ ਦੇ ਵਾਸਤੇ ਕੁਰਬਾਨੀ ਕਰਨੀ ਚਾਹੀਦੀ ਹੈ। ਇਹ ਉਹਦਾ ਪਹਿਲਾ ਲੱਛਣ ਦੱਸਿਆ। ਫਿਰ ਕਹਿੰਦੇ ਨੇ ਜੋ ਉਹਨੇ ਖੇਤੀਬਾੜੀ ਕਰਨੀ ਹੈ ਖੱਤਰੀ ਹੋ ਕੇ, ਤੇ ਫਿਰ ਪਹਿਲਾਂ ਖੇਤ ਦੀ ਨਿਰਖ ਪਰਖ ਕਰੇ, ਫਿਰ ਉਹਦੇ ਵਿੱਚ ਨਾਮ ਦਾ ਬੀਜ ਬੀਜੇ, ਫਿਰ ਉਹ ਖੱਤਰੀ ਦਰਗਾਹ ਵਿੱਚ ਪ੍ਰਵਾਨ ਹੋ ਸਕਦਾ ਹੈ। ਜਿਹੜਾ ਲੱਭ ਤੇ ਲੋਭ ਦੇ ਵਸ ਪੈ ਕੇ ਝੂਠ ਬੋਲਦਾ ਹੈ, ਝੂਠੇ ਕੰਮ ਕਰਦਾ ਹੈ ਤੇ ਨਾਲ ਹੀ 2 ਨੰਬਰ ਦਾ ਕੰਮ ਕਰਦਾ ਹੈ ਤੇ ਫਿਰ ਉਹ ਆਪਣੇ ਕੀਤੇ ਦਾ ਫਲ ਆਪ ਪਾਉਂਦਾ ਹੈ। ਤਨ ਨਾ ਤਪਾਏ ਤਨੂਰ ਜਿਉ
ਬਾਲਣ ਹੱਡ ਨਾ ਬਾਲ। ਲਓ, ਇਹ ਜਿਹੜਾ ਸ਼ਲੋਕ ਹੈ ਗੁਰੂ ਨਾਨਕ ਸਾਹਿਬ ਜੀ ਦਾ, ਇਹ ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਵੀ ਆਇਆ ਹੈ, ਪਰ ਥੋੜ੍ਹਾ ਜਿਹਾ ਅੱਖਰਾਂ ਦਾ ਲਗਾ ਮਾਤਰਾ ਦਾ ਫਰਕ ਹੈ। ਇਸੇ ਲਈ ਦੁਬਾਰਾ ਇੱਥੇ ਫਿਰ ਲਿਖ ਦਿੱਤਾ ਗਿਆ ਹੈ। ਬਾਬਾ ਫਰੀਦ ਜੀ ਦਾ ਸ਼ਲੋਕ ਸੀ, ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ, ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ। ਉਹਦੇ ਜਵਾਬ ਦੇ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਹੈ, ਤਨ ਨਾ ਤਪਾਏ ਤਨੂਰ ਜਿਉ। ਆਪਣੇ ਸਰੀਰ ਨੂੰ ਤੰਦੂਰ ਵਾਂਗੂ ਨਹੀਂ ਤਪਾਉਣਾ ਚਾਹੀਦਾ, ਭਾਵ ਕੋਈ ਤਪਦੀ ਅਗਨੀ ਦੇ ਨਾਲ ਸਰੀਰ ਨੂੰ ਨਹੀਂ ਤਪਾਉਣਾ ਚਾਹੀਦਾ। ਬਾਲਣ ਹੱਡ ਨਾ ਬਾਲ, ਤੇ ਆਪਣੇ ਹੱਡਾਂ ਨੂੰ ਬਾਲਣ ਦੀ ਤਰ੍ਹਾਂ ਵੀ ਨਹੀਂ ਬਾਲਣਾ ਚਾਹੀਦਾ। ਸਿਰ ਪੈਰੀ ਕਿਆ ਫੇੜਿਆ, ਅੰਦਰ ਪਿਰੀ ਸਮਾਲ। ਸਿਰ ਤੇ ਪੈਰਾਂ ਨੇ ਦੱਸੋ ਕੀ ਫੇੜਿਆ, ਕੀ ਪਾਪ ਕੀਤਾ ਹੈ, ਕਿਹੜਾ ਇਹਨਾਂ ਨੇ ਗੁਨਾਹ ਕੀਤਾ ਹੈ, ਬਸ ਇਹਨਾਂ ਨੂੰ ਡੰਡ ਦਈਏ, ਕੋਈ ਇਹਨਾਂ ਨੂੰ ਸਜ਼ਾ ਦਈਏ। ਅੰਦਰ ਪਿਰੀ ਸੰਭਾਲ, ਆਪਣੇ ਅੰਦਰ ਹੀ ਪਿਰੀ ਪਤੀ ਵਾਹਿਗੁਰੂ ਨੂੰ ਸੰਭਾਲ ਯਾਦ ਕਰੋ, ਤੇ ਵਾਹਿਗੁਰੂ ਪਰਮੇਸ਼ਰ ਤੁਹਾਨੂੰ ਮਿਲੇਗਾ। ਭਾਵ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ, ਤੇ ਤੁਸੀਂ ਆਪਣੇ ਮਨ ਅੰਦਰ ਵਾਹਿਗੁਰੂ ਦੀ ਯਾਦ ਪੈਦਾ ਕਰੋ, ਉਹਦੇ ਨਾਲ ਅੰਦਰੋਂ ਪ੍ਰੇਮ ਕਰੋ, ਤੇ ਫਿਰ ਵਾਹਿਗੁਰੂ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ। ਸਭਨੀ ਘਟੀ ਸਹੁ ਵਸੈ, ਸਹਿ ਬਿਨ ਘਟ ਨਾ ਹੋ ਕੋਏ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਰਪਾ ਕਰਕੇ ਦੱਸੋ ਰੱਬ ਹੈ ਕਿੱਥੇ? ਤਾਂ ਹਜ਼ੂਰ ਇਹਦਾ ਜਵਾਬ ਦਿੰਦੇ ਨੇ, ਸਭਨੀ ਘਟੀ ਸਹੁ ਵਸੈ। ਸਾਰੇ ਘਟ ਸਰੀਰਾਂ ਦੇ ਵਿੱਚ ਜਿੰਨੇ ਸਰੀਰ ਨੇ, ਚੀਟੀ ਤੇ ਕੁੰਚਰ ਅਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਤੋਂ ਲੈ ਕੇ ਹਾਥੀ ਪਰਯੰਤ ਸਾਰਿਆਂ ਜੀਵਾਂ ਦੇ ਵਿੱਚ ਸਹੁ ਵਸੈ, ਪਤੀ ਪਰਮੇਸ਼ਰ ਵਸ ਰਿਹਾ ਹੈ। ਸਹਿ ਬਿਨ ਘਟ ਨਾ ਹੋਏ, ਉਸ ਪਤੀ ਤੋਂ ਬਿਨਾਂ ਕੋਈ ਘਟ ਜੀਵ, ਕੋਈ ਸਰੀਰ ਹੈ ਹੀ ਨਹੀਂ ਹੈ। ਨਾਨਕ ਤੇ ਸੁਹਾਗਣੀ, ਜਿਨ੍ਹਾਂ ਗੁਰਮੁਖ ਪ੍ਰਗਟ ਹੋਏ। ਪਰ ਗਰੀਬਨ ਵਾਲ ਸਤਿਗੁਰੂ ਜੀ ਕਹਿੰਦੇ ਨੇ, ਉਹ ਗੁਰਮੁਖ ਰੂਹਾਂ ਸੁਹਾਗਵੰਤੀਆਂ ਬਣਦੀਆਂ ਨੇ, ਜਿਨ੍ਹਾਂ ਗੁਰਮੁਖ ਪ੍ਰਗਟ ਹੋਏ, ਜਿਨ੍ਹਾਂ ਦੇ ਗੁਰੂ ਦੀ ਕਿਰਪਾ ਦੁਆਰਾ ਅੰਤਰ ਆਤਮਾ ਵਾਹਿਗੁਰੂ ਪ੍ਰਗਟ ਹੋ ਜਾਵੇ। ਰਹਿੰਦਾ ਤੇ ਸਭ ਦੇ ਅੰਦਰ ਹੀ ਹੈ ਵਾਹਿਗੁਰੂ, ਪਰ ਉਹ ਪ੍ਰਗਟ ਨਹੀਂ ਹੈ। ਜਿਵੇਂ ਧਰਤੀ ਹੇਠਾਂ ਪਾਣੀ ਹੈ, ਭਾਈ ਗੁਰਦਾਸ ਜੀ ਦਾ ਬਚਨ ਹੈ, ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਹੁਣ ਕਿਸੇ ਥਾਂ ਪਾਣੀ ਦੂਰ ਹੈ, ਕਿਤੇ ਨੇੜੇ ਵੀ ਹੈ, ਪਰ ਪਾਣੀ ਤਾਂ ਸਾਰੀ ਧਰਤੀ ਦੇ ਹੇਠਾਂ ਹੈ ਹੀ ਹੈ ਨਾ। ਪਰ ਜਿੰਨਾ ਚਿਰ ਤੱਕ ਉਹ ਪਾਣੀ ਬਾਹਰ ਨਹੀਂ ਨਾ ਨਿਕਲਦਾ, ਉਨਾ ਚਿਰ ਸਾਡੀ ਪਿਆਸ ਨਹੀਂ ਬੁਝ ਸਕਦੀ। ਇਸੇ ਤਰ੍ਹਾਂ ਵਾਹਿਗੁਰੂ ਭਾਵੇਂ ਸਭ ਦੇ ਅੰਦਰ ਵਸ ਰਿਹਾ ਹੈ, ਪਰ ਜਿੰਨਾ ਚਿਰ ਉਹ ਪ੍ਰਗਟ ਨਹੀਂ ਨਾ ਹੁੰਦਾ, ਤੇ ਸਾਡੀ ਤੜਫ ਨਹੀਂ ਬੁਝ ਸਕਦੀ, ਵਿਛੋੜੇ ਦੀ ਤਪਸ਼ ਨਹੀਂ ਦੂਰ ਹੋ ਸਕਦੀ, ਆਸਾ ਤੇ ਤ੍ਰਿਸ਼ਨਾ ਦੀ ਪਿਆਸ ਨਹੀਂ ਬੁਝ ਸਕਦੀ। ਇਸ ਲਈ ਉਹਨੂੰ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਉਸ ਵਾਹਿਗੁਰੂ ਨੂੰ ਪ੍ਰਗਟ ਕਰਨਾ ਪਵੇਗਾ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਧਰਤੀ ਹੇਠਲੇ ਪਾਣੀ ਨੂੰ ਕੱਢਣ ਵਾਸਤੇ ਖੂਹ ਪੱਟੇ ਜਾਂਦੇ ਸਨ, ਤੇ ਹੁਣ ਵੀ ਕਈ ਥਾਵਾਂ 'ਤੇ ਖੂਹ ਲਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਖੂਹਾਂ ਦਾ ਪਾਣੀ ਬਹੁਤ ਡੂੰਘਾ ਚਲਿਆ ਗਿਆ, ਧਰਤੀ ਹੇਠਲਾ ਪਾਣੀ ਬਹੁਤ ਡੂੰਘਾ ਚਲਿਆ ਗਿਆ ਹੈ। ਇਸ ਲਈ ਹੁਣ ਜਿਹੜੇ ਪੁਰਾਣੇ ਖੂਹ ਸਨ ਉਹ ਵੀ ਸੁੱਕ ਗਏ, ਬੇਕਾਰ ਹੋ ਗਏ, ਤੇ ਫਿਰ ਟਿਊਬਵੈੱਲ ਚੱਲਣੇ ਸ਼ੁਰੂ ਹੋ ਗਏ ਨੇ। ਹੁਣ ਪਾਣੀ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਹਦਾ ਮਤਲਬ ਇਹ ਹੈ, ਜੇ ਪਾਣੀ ਧਰਤੀ ਵਿੱਚ ਲੁਕਿਆ ਹੋਇਆ ਸਾਡੀ ਪਿਆਸ ਨਹੀਂ ਬੁਝਾ ਸਕਦਾ, ਜਦੋਂ ਬਾਹਰ ਨਿਕਲਦਾ ਫਿਰ ਹੀ ਪਿਆਸ ਬੁਝਦੀ ਹੈ, ਤੇ ਸਾਡੇ ਹੋਰ ਵੀ ਕੰਮ ਕਈ ਸਵਾਰਦਾ ਹੈ। ਤੇ ਜੇ ਪਾਣੀ ਅੰਦਰੇ ਗੁਪਤ ਹੈ, ਫਿਰ ਗੱਲ ਨਹੀਂ ਬਣਦੀ। ਇਸੇ ਤਰ੍ਹਾਂ ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਸਾਰੀ ਬਨਸਪਤੀ ਵਿੱਚ ਸਮਾਨ ਅਗਨੀ ਹੈ, ਪਰ ਜਿੰਨਾ ਚਿਰ ਉਹ ਪ੍ਰਗਟ ਨਹੀਂ ਹੁੰਦੀ ਤੇ ਕੰਮ ਨਹੀਂ ਸਵਾਰਦੀ। ਸਾਰੇ ਦੁੱਧ ਵਿੱਚ ਘਿਓ ਹੁੰਦਾ ਹੈ, ਪਰ ਜਿੰਨਾ ਚਿਰ ਉਹਨੂੰ ਰਿੜਕਦੇ ਨਹੀਂ, ਢੰਗ ਦੇ ਨਾਲ ਰਿੜਕਦੇ ਨਹੀਂ, ਤੇ ਫਿਰ ਉਹ ਮੱਖਣ ਨਹੀਂ ਨਿਕਲਦਾ। ਉਹਨੂੰ ਪ੍ਰਗਟ ਕਰਨਾ ਪਵੇਗਾ। ਜਿੰਨਾ ਚਿਰ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ,
ਤੇ ਉਹਨਾਂ ਚਿਰ ਤੱਕ ਸਾਡੇ ਜੀਵਨ ਦੀ ਸਫਲਤਾ ਨਹੀਂ ਹੋਣੀ। ਜੋ ਤੋ ਪ੍ਰੇਮ ਖੇਲਣ ਕਾ ਚਾਓ। ਲਓ, ਕਿਸੇ ਗੁਰਮੁਖ ਸਿੱਖ ਨੇ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਦੱਸੋ ਅਸਲੀ ਜਿਹੜਾ ਪ੍ਰੇਮੀ ਹੈ, ਗੁਰੂ ਘਰ ਦਾ ਪ੍ਰੇਮੀ ਹੈ, ਉਹਦੀਆਂ ਨਿਸ਼ਾਨੀਆਂ ਕੀ ਹੁੰਦੀਆਂ ਨੇ? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਸੁਣ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੇ ਤੇਰੇ ਮਨ ਦੇ ਵਿੱਚ ਪ੍ਰੇਮ ਦੀ ਖੇਡ ਖੇਡਣ ਦਾ ਚਾਓ, ਉਮਾ ਹੈ, ਉਤਸ਼ਾਹ ਹੈ, ਤੂੰ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। ਫਿਰ ਆਪਣਾ ਸਿਰ ਵੱਢ ਕੇ ਤਲੀ ਤੇ ਰੱਖ ਲੈ, ਫਿਰ ਮੇਰੇ ਕੋਲੇ ਆਵੀਂ। ਪਹਿਲਾ ਮਰਨ ਕਬੂਲ, जीवन की छड़ आस, हो सबना की रेणका तो आओ हमारे पास। जे प्रेम दी खेड खेडनी है, फिर सिर तली ते रख के आना पवेगा। इत मार्ग पैर धरीजै। लो, इस मार्ग ते, सिੱਖੀ मार्ग ते तुसी अपना पैर, ਜਿਹੜਾ ਮਨ ਦਾ ਸੰਕਲਪ ਹੈ, ਜੇ ਇਸ ਨੂੰ ਟਿਕਾਉਣਾ ਚਾਹੁੰਦੇ ਹੋ, ਇਸ ਗੁਰਸਿੱਖੀ ਮਾਰਗ ਤੇ ਆਪਣੇ ਮਨ ਦਾ ਸੰਕਲਪ ਰੂਪੀ ਪੈਰ ਟਿਕਾਉਣਾ ਚਾਹੁੰਦੇ ਹੋ, ਸਿਰ ਦੀਜੈ ਕਾਣ ਨਾ ਕੀਜੈ। ਫਿਰ ਆਪਣਾ ਸਿਰ ਗੁਰੂ ਨੂੰ ਭੇਟਾ ਕਰ ਦਿਓ। ਇਹਦੇ ਵਿੱਚ ਕੋਈ ਕਾਨ ਕਨੌੜ ਕਰਨ ਦੀ ਕੋਈ ਲੋੜ ਨਹੀਂ ਹੈ। ਭਾਵ ਕੋਈ ਆਨਾਕਾਨੀ ਕਰਨ ਦੀ, ਟਾਲ ਮਟੋਲ ਕਰਨ ਦੀ, ਕੋਈ ਬਹਾਨੇ ਕਰਨ ਦੀ ਕੋਈ ਲੋੜ ਨਹੀਂ ਹੈ। ਤੇ ਸਿੱਧੇ ਹੋ ਕੇ ਆਪਣਾ ਗੁਰੂ ਨੂੰ ਸਿਰ ਭੇਟਾ ਕਰੋ। ਜਿਵੇਂ ਕਲਗੀਧਰ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਸ ਵੇਲੇ 80,000 ਦੇ ਇਕੱਠ ਵਿੱਚ, ਭਰੇ ਪੰਡਾਲ ਦੇ ਵਿੱਚ, ਨੰਗੀ ਸ੍ਰੀ ਸਾਹਿਬ ਲੈ ਕੇ ਗੁਰੂ ਮਹਾਰਾਜ ਨੇ ਇਹ ਬਚਨ ਕਹੇ ਸਨ, ਭਾਈ ਜਿਸ ਸਿੱਖ ਦਾ ਗੁਰੂ ਨਾਲ ਪਿਆਰ ਹੈ, ਸਿੱਖੀ ਨਾਲ ਪਿਆਰ ਹੈ, ਫਿਰ ਉਹ ਆਪਣਾ ਸੀਸ ਭੇਟਾ ਕਰੇ। ਪਹਿਲੀ ਵਾਰੀ ਤੇ ਕੋਈ ਵੀ ਨਹੀਂ ਉੱਠਿਆ, ਫਿਰ ਦੂਜੀ ਵਾਰੀ ਆਖਿਆ, ਫਿਰ ਵੀ ਕੋਈ ਹੁੰਗਾਰਾ ਨਾ ਮਿਲਿਆ। ਤੀਜੀ ਵਾਰੀ ਫਿਰ ਇੱਕ ਸਿੱਖ ਉੱਠਿਆ, ਫਿਰ ਵਾਰੋ ਵਾਰੀ ਪੰਜਾਂ ਨੇ ਸਿਰ ਦੇ ਦਿੱਤੇ, ਤੇ ਜਿਨ੍ਹਾਂ ਨੇ ਸਿਰ ਦਿੱਤੇ ਫਿਰ ਉਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ, 5 ਪਿਆਰੇ ਬਣਾਇਆ। ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਫਿਰ ਉਹਨਾਂ ਨੂੰ ਗੁਰੂ ਮਹਾਰਾਜ ਨੇ ਇਹ ਵਡਿਆਈ ਬਖਸ਼ੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਇਉਂ ਭਾਈ ਸਿਰ ਤਲੀ ਤੇ ਰੱਖਣਾ ਪੈਂਦਾ। ਇਸੇ ਤਰ੍ਹਾਂ ਜਦੋਂ 9ਵੀਂ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਸਾਬੋ ਕੀ ਤਲਵੰਡੀ ਤਖਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿੱਚ ਬਿਰਾਜਮਾਨ ਸਨ, ਕਿਸੇ ਸਿੰਘ ਨੇ ਆ ਕੇ ਖਬਰ ਦਿੱਤੀ, ਜਥੇਦਾਰ ਜੀ, ਸਾਡੇ ਸੱਚਖੰਡ ਦਰਬਾਰ ਸਾਹਿਬ ਜੀ ਦੀ ਅਹਿਮਦ ਸ਼ਾਹ ਅਬਦਾਲੀ ਦੇ ਬੰਦਿਆਂ ਨੇ, ਫੌਜ ਦੇ ਜਵਾਨਾਂ ਨੇ ਬੇਅਦਬੀ ਕਰ ਦਿੱਤੀ ਹੈ। ਤੇ ਬਾਬਾ ਦੀਪ ਸਿੰਘ ਜੀ ਨੇ 80 ਸਾਲ ਦੇ ਕਰੀਬ ਉਮਰ ਸੀ, 18 ਸੇਰ ਦਾ ਖੰਡਾ ਹੱਥ ਵਿੱਚ ਫੜਿਆ ਤੇ ਨਾਲ ਇਲਾਕੇ ਦਾ ਇਕੱਠ ਕੀਤਾ। ਕਹਿਣ ਲੱਗੇ, ਭਾਈ ਜਿਹਨੂੰ ਤੇ ਸਿੱਖੀ ਨਾਲ ਪਿਆਰ ਹੈ ਉਹ ਸਾਡੇ ਨਾਲ ਜਾ ਸਕਦਾ ਹੈ, ਜਿਹਦਾ ਦੁਨੀਆ ਨਾਲ ਪਿਆਰ ਹੈ ਉਹ ਨਾ ਜਾਵੇ। 500 ਦਾ ਜਥਾ ਲੈ ਕੇ ਉੱਥੋਂ ਤੁਰੇ ਤੇ ਜਦੋਂ ਤਰਨ ਤਾਰਨ ਸਾਹਿਬ ਦੇ ਨੇੜੇ ਆਏ, ਗੋਲਵੱਡ ਉੱਥੇ ਪਿੰਡ ਦਾ ਨਾਮ ਹੈ, ਉੱਥੇ ਆ ਕੇ ਬਾਬਾ ਜੀ ਨੇ ਮਾਝੇ ਦੇ ਸਿੰਘਾਂ ਨੂੰ ਵੀ ਸੱਦਾ ਭੇਜਿਆ, ਉਹ ਵੀ ਆ ਗਏ। 5000 ਦਾ ਜਥਾ ਬਣ ਗਿਆ। ਫਿਰ ਬਾਬਾ ਜੀ ਨੇ ਕਿਹਾ ਵੀ ਜਿਹਨੇ ਹੁਣ ਸਿਰ ਧੜ ਦੀ ਬਾਜੀ ਲਾਉਣੀ ਹੈ ਉਹ ਆ ਲਾਈਨ ਟੱਪ ਕੇ ਅੱਗੇ ਆ ਜਾਵੇ, ਤੇ ਜਿਹੜਾ ਮਰਨ ਤੋਂ ਡਰਦਾ ਉਹ ਵਾਪਸ ਚਲਿਆ ਜਾਵੇ। ਫਿਰ 5000 ਸਿੰਘਾਂ ਨੇ ਉਸ ਵੇਲੇ ਅਹਿਦ ਲਿਆ ਵੀ ਅਸੀਂ ਸ਼੍ਰੀ ਦਰਬਾਰ ਸਾਹਿਬ ਜੀ ਦੀ ਖਾਤਰ ਕੁਰਬਾਨੀਆਂ ਕਰਨ ਲਈ ਤਿਆਰ ਹਾਂ। ਫਿਰ ਉਹਨਾਂ ਨੂੰ ਨਾਲ ਲੈ ਕੇ ਬਾਬਾ ਦੀਪ ਸਿੰਘ ਜੀ ਨੇ
ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲ ਨੂੰ ਚੜ੍ਹਾਈ ਕੀਤੀ। ਅੱਗੋਂ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਸੀ, ਉਹਦਾ ਜਰਨੈਲ ਜਹਾਨ ਖਾਂ, ਉਹਨੂੰ ਪਤਾ ਲੱਗਿਆ, ਉਹ ਫੌਜਾਂ ਲੈ ਕੇ ਅੱਗੇ ਆ ਕੇ ਲੜਿਆ, ਸ਼ਹਿਰ ਤੋਂ ਬਾਹਰ ਆ ਕੇ। ਜਿੱਥੇ ਹੁਣ ਗੁਰਦੁਆਰਾ ਟਾਹਲਾ ਸਾਹਿਬ ਬਣਿਆ ਹੋਇਆ ਹੈ, ਉਸ ਥਾਂ 'ਤੇ ਦੋਹਾਂ ਜਰਨੈਲਾਂ ਦਾ ਯੁੱਧ ਹੋਇਆ। ਦੋਹਾਂ ਦੇ ਸਾਂਝੀ ਵਾਰ ਹੋਏ, ਦੋਹਾਂ ਦੇ ਇੱਕੋ ਵਾਰੀ ਸਿਰ ਕੱਟੇ ਜਾਂਦੇ ਨੇ। ਭਾਈ ਨੱਥਾ ਸਿੰਘ ਜੀ ਮੀਤ ਜਥੇਦਾਰ ਸਨ ਅਤੇ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਵੰਗਾਰਿਆ, ਜਥੇਦਾਰ ਸਾਹਿਬ, ਤੁਸਾਂ ਤੇ ਬਚਨ ਇਹ ਕੀਤਾ ਸੀ, ਮੇਰਾ ਸੀਸ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੇਟ ਹੋਵੇਗਾ, ਤੁਹਾਡਾ ਤਾਂ ਸੀਸ ਇੱਥੇ ਲੈ ਗਿਆ, ਉਹ ਤੁਹਾਡਾ ਬਚਨ ਕਿਵੇਂ ਪੂਰਾ ਹੋਵੇਗਾ। ਉਸੇ ਵੇਲੇ ਐਸੀ ਗੁਰੂ ਦੀ ਕਲਾ ਵਰਤੀ, ਬਾਬਾ ਦੀਪ ਸਿੰਘ ਜੀ ਨੇ ਕੱਟਿਆ ਹੋਇਆ ਸੀਸ ਖੱਬੇ ਹੱਥ ਦੀ ਹਥੇਲੀ 'ਤੇ ਰੱਖਿਆ, ਸੱਜੇ ਹੱਥ ਵਿੱਚ ਖੰਡਾ ਪਕੜ ਕੇ ਜਿਉਂ ਦੁਸ਼ਮਣ ਦੇ ਆਹੂ ਲਾਉਣ ਲੱਗੇ, ਉੱਥੋਂ ਕਰੀਬ ਟਾਹਲਾ ਸਾਹਿਬ ਤੋਂ 3 ਕੋਹ ਦੇ ਕਰੀਬ ਦਰਬਾਰ ਸਾਹਿਬ ਪੈ ਜਾਂਦਾ ਸੀ। ਉੱਥੋਂ ਤੱਕ ਦੁਸ਼ਮਣਾਂ ਨੂੰ ਵੱਢਦੇ ਹੋਏ, ਲਤਾੜਦੇ ਹੋਏ, ਮਾਰਦੇ ਹੋਏ ਉੱਥੇ ਪਹੁੰਚੇ ਹਨ। ਆਖੀਰ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਬੁੰਗਾ ਹੈ, ਸ਼ਹੀਦ ਬੁੰਗਾ ਪ੍ਰਕਰਮਾਂ ਦੇ ਵਿੱਚ, ਹੁਣ ਉੱਪਰਲੇ ਪਾਸੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੈ, ਥੱਲੇ ਬਰਾਂਡਾ ਅਤੇ ਪ੍ਰਕਰਮਾਂ ਹੈ, ਉੱਪਰ ਗੁਰੂ ਮਹਾਰਾਜ ਦੇ ਪ੍ਰਕਾਸ਼ ਦੇ ਅਖੰਡ ਪਾਠ ਵੀ ਚੱਲਦੇ ਨੇ। ਜਦੋਂ ਉੱਥੇ ਆਏ ਪ੍ਰਕਰਮਾਂ ਦੇ ਵਿੱਚ, ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇਹ ਅੱਖੀਂ ਡਿੱਠੀ ਵਾਰਤਾ ਦੱਸਦੇ ਸਨ ਵੀ ਉੱਥੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਸੀਸ ਭੇਟਾ ਕੀਤਾ ਅਤੇ ਉਸ ਵੇਲੇ ਉੱਥੇ ਪੁਰਾਤਨ ਸਿੰਘਾਂ ਨੇ ਪ੍ਰਕਰਮਾਂ ਦੇ ਵਿੱਚ ਇੱਕ ਛੋਟਾ ਜਿਹਾ ਨਿਸ਼ਾਨ ਸਾਹਿਬ ਲਾ ਦਿੱਤਾ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੀ ਯਾਦਗਾਰ ਨੂੰ ਕਾਇਮ ਕੀਤਾ ਸੀ ਨਿਸ਼ਾਨ ਸਾਹਿਬ ਲਾ ਕੇ। ਫਿਰ ਜਦੋਂ ਸ਼੍ਰੋਮਣੀ ਕਮੇਟੀ ਦੇ ਹੱਥ ਵਿੱਚ ਪ੍ਰਬੰਧ ਆਇਆ ਅਤੇ ਇਹਨਾਂ ਨੇ ਉਸ ਪ੍ਰਕਰਮਾਂ ਨੂੰ ਸੰਗਮਰਮਰ ਦੇ ਨਾਲ ਬਣਾਉਣ ਦਾ ਉਪਰਾਲਾ ਕੀਤਾ। ਫਿਰ ਜਿਹੜੀਆਂ ਪੁਰਾਤਨ ਸੰਗਤਾਂ ਸਨ, ਉਹਨਾਂ ਨੂੰ ਸੁਝਾਅ ਦਿੱਤਾ ਵੀ ਇਹ ਜਿਹੜੀ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਹੈ, ਕਾਇਮ ਰਹਿਣੀ ਚਾਹੀਦੀ ਹੈ। ਫਿਰ ਉਹ ਕਹਿੰਦੇ ਵੀ ਨਿਸ਼ਾਨ ਸਾਹਿਬ 'ਤੇ ਨਹੀਂ ਅਸੀਂ ਇੱਥੇ ਲਾ ਸਕਦੇ, ਉਹਦੇ ਨਾਲ ਸੰਗਤਾਂ ਨੂੰ ਅੜਿੱਕਾ ਲੱਗਦਾ। ਫਿਰ ਉਹਨਾਂ ਨੇ ਇੱਕ ਚਿੱਟੇ ਰੰਗ ਦਾ ਮਾਰਬਲ ਦਾ ਪੀਸ ਉੱਥੇ ਲਾ ਦਿੱਤਾ, ਉਹਦੇ ਆਲੇ ਦੁਆਲੇ ਕਾਲੇ ਰੰਗ ਦੇ ਪੱਥਰ ਦੀ ਲਾਈਨ ਵੀ ਖਿੱਚ ਦਿੱਤੀ ਵੀ ਇਹ ਇੱਕ ਨਿਸ਼ਾਨੀ ਦੇ ਤੌਰ 'ਤੇ ਅਸੀਂ ਇਹ ਬਣਾ ਦਿੰਦੇ ਹਾਂ। ਜਿਹੜੇ ਪੁਰਾਤਨ ਗੁਰਸਿੱਖ ਸਨ, ਅੰਮ੍ਰਿਤ ਵੇਲੇ ਆ ਕੇ ਜਦੋਂ ਹੁਕਮਨਾਮਾ, ਪਹਿਲਾ ਹੁਕਮਨਾਮਾ ਲਿਆ ਜਾਂਦਾ ਸੀ, ਉੱਥੇ ਕੁਝ ਸਿਹਰੇ ਅਤੇ ਫੁੱਲ ਉਸ ਜਗ੍ਹਾ 'ਤੇ ਲਿਆ ਕੇ ਰੱਖ ਦਿੰਦੇ ਸਨ ਅਤੇ ਹਰ ਸਿੱਖ ਜਿਹੜਾ ਜਾਣਕਾਰ ਸੀ ਉੱਥੇ ਸੀਸ ਝੁਕਾ ਕੇ ਸਤਿਕਾਰ ਕਰਕੇ ਲੰਘਦਾ ਸੀ ਵੀ ਇਹ ਬਾਬਾ ਦੀਪ ਸਿੰਘ ਜੀ ਦੀ ਅਸਲੀ ਯਾਦਗਾਰ ਹੈ। ਅਤੇ ਹੁਣ ਜਦੋਂ ਉਹ ਤਾਂ ਦਾਸ ਨੇ ਵੀ ਦੇਖੀ ਆ ਜਿਹੜੀ ਉਹ ਸਿਲਾ ਚਿੱਟੇ ਰੰਗ ਦੀ, ਪਰ ਹੁਣ ਜਦੋਂ 84 ਤੋਂ ਬਾਅਦ ਕਾਰ ਸੇਵਾ ਹੋਈ ਹੈ ਅਤੇ ਫਿਰ ਉਹਨਾਂ ਨੇ ਉਸ ਨਿਸ਼ਾਨੀ ਨੂੰ ਵੀ ਮਿਟਾ ਦਿੱਤਾ ਹੈ। ਹੁਣ ਉੱਥੇ ਸਿੱਧਾ ਮਾਰਬਲ ਲਾ ਕੇ ਅਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਉੱਪਰਲੇ ਪਾਸੇ ਕਮਰੇ ਵਿੱਚ ਕਰ ਦਿੱਤਾ ਹੈ, ਹੇਠਾਂ ਬਰਾਂਡਾ ਬਣਾ ਕੇ ਅਤੇ ਪ੍ਰਕਰਮਾਂ ਨੂੰ ਇਕਸਾਰ ਬਣਾ ਦਿੱਤਾ ਗਿਆ ਹੈ। ਪਰ ਪੁਰਾਤਨ ਜਿਹੜੀਆਂ ਸਾਡੀਆਂ ਇਤਿਹਾਸਕ ਯਾਦਗਾਰਾਂ ਨੇ, ਨਿਸ਼ਾਨੀਆਂ ਨੇ, ਅਤੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ, ਕਿਉਂ ਉਹ ਸਾਡਾ ਕੀਮਤੀ ਵਿਰਸਾ ਹੈ। ਜੇ ਆਪਾਂ ਉਸ ਵਿਰਸੇ ਨੂੰ ਨਹੀਂ ਸੰਭਾਲ ਸਕਦੇ ਅਤੇ ਫਿਰ ਸਾਡੀ ਬਹੁਤ ਵੱਡੀ ਭੁੱਲ ਹੋਵੇਗੀ। ਹੁਣ ਵੀ ਪਤਾ ਲੱਗਿਆ ਵੀ ਸ਼੍ਰੀ ਦਰਬਾਰ ਸਾਹਿਬ ਜੋੜੇ ਘਰ ਦੀ ਸੇਵਾ ਆਰੰਭ ਹੋਈ ਸੀ ਅਤੇ ਉੱਥੇ ਹੇਠੋਂ ਇੱਕ ਸੁਰੰਗ ਨਿਕਲੀ ਹੈ, ਇੱਕ ਪੁਰਾਣਾ ਕੋਈ ਬੁੰਗਾ, ਕੋਈ ਇਮਾਰਤ ਵੀ ਪੁਰਾਣੀਆਂ ਇੱਟਾਂ ਦੀ ਬਣੀ ਹੋਈ ਪਰ ਮਿਲੀ ਹੈ। ਹੁਣ ਉਹਦਾ ਵੀ ਕੁਛ ਵਾਦ ਵਿਵਾਦ ਚੱਲ ਰਿਹਾ ਹੈ। ਕੁਛ ਲੋਕ ਉਸ ਨੂੰ
ਮਿਟਾਉਣਾ ਚਾਹੁੰਦੇ ਨੇ, ਕੁਛ ਲੋਕ ਸੰਭਾਲ ਕੇ ਰੱਖਣਾ ਚਾਹੁੰਦੇ ਨੇ, ਪਰ ਸੰਭਾਲ ਕੇ ਰੱਖਣਾ ਹੀ ਚੰਗਾ ਰਹੇਗਾ। ਕਿਉਂ? ਪੁਰਾਣੀਆਂ ਯਾਦਗਾਰਾਂ, ਇਹ ਵਿਰਸਾ ਦੁਬਾਰਾ ਨਹੀਂ ਮਿਲਦਾ ਹੁੰਦਾ। ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਜੋ ਪੁਰਾਣੀਆਂ ਗੁਰੂ ਕੀਆਂ ਨਿਸ਼ਾਨੀਆਂ ਨੇ, ਹੋਰ ਇਮਾਰਤਾਂ ਦੀ ਗੱਲ ਨਹੀਂ, ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਨੇ, ਅਤੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਜਿੱਥੇ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਹੋਇਆ, ਮਹਾਂਪੁਰਖ ਦੱਸਦੇ ਸਨ ਸੰਸਕਾਰ ਉੱਥੇ ਹੋਇਆ ਸੀ ਅਤੇ ਸੀਸ ਭੇਟਾ ਪਰਿਕਰਮਾ ਦੇ ਵਿੱਚ ਕੀਤਾ ਗਿਆ ਸੀ। ਕੋਈ ਸਾਡੇ ਨਵੇਂ ਪ੍ਰਚਾਰਕਾਂ ਨੇ ਅਤੇ ਮਨੋਕਲਪਤ ਹੋਰ ਹੀ ਢਕੌਂਸਲਾ ਘੜ ਮਾਰਿਆ, ਕਹਿੰਦੇ ਨਹੀਂ, ਬਾਬਾ ਦੀਪ ਸਿੰਘ ਜੀ ਜਿੱਥੇ ਗੁਰਦੁਆਰਾ ਸ਼ਹੀਦਾਂ ਉਹਨਾਂ ਦਾ ਸਥਾਨ ਬਣਿਆ ਹੋਇਆ, ਇੱਥੋਂ ਤੱਕ ਹੀ ਆਏ ਸੀ, ਇੱਥੋਂ ਗਾਂਹ ਨਹੀਂ ਜਾ ਸਕੇ। ਫਿਰ ਉਹਨਾਂ ਨੇ ਗੱਲ ਬਣਾਈ, ਫਿਰ ਉਹ ਜਿਹੜਾ ਸ਼ਹੀਦ ਬੁੰਗਾ ਉਹ ਕਿਵੇਂ ਬਣ ਗਿਆ। ਫਿਰ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਇੱਥੋਂ ਚਲਾ ਕੇ ਮਾਰਿਆ। ਕਿੰਨੀ ਹਾਸੋਹੀਣੀ ਅਤੇ ਬੇਅਦਬੀ ਭਰੀ ਇਹ ਇਬਾਰਤ ਹੈ ਵੀ ਸੀਸ ਚਲਾ ਕੇ ਮਾਰਿਆ। ਜਦੋਂ ਆਪਾਂ ਗੁਰੂ ਮਹਾਰਾਜ ਨੂੰ ਕੋਈ ਚੀਜ਼ ਭੇਟਾ ਕਰਨੀ ਹੋਵੇ, ਸਤਿਕਾਰ ਨਾਲ ਕਰਦੇ ਹਾਂ ਕਿ ਚਲਾ ਕੇ ਮਾਰਦੇ ਹਾਂ? ਇਸ ਗੱਲ ਨੂੰ ਸਮਝਣ ਅਤੇ ਵਿਚਾਰਨ ਦੀ ਲੋੜ ਹੈ। ਇਸ ਲਈ ਆਪਣੇ ਇਤਿਹਾਸ ਨੂੰ ਵੀ ਬਦਲਣਾ ਅਤੇ ਵਿਗਾੜਨਾ ਸਾਡੇ ਲਈ ਬਹੁਤ ਬਦਕਿਸਮਤੀ ਦੀ ਗੱਲ ਹੋਵੇਗੀ। ਪੁਰਾਣੇ ਇਤਿਹਾਸ ਨੂੰ ਜਿਉਂਦਾ ਤਿਉਂ ਸੁਰਜੀਤ ਰੱਖਣਾ ਚਾਹੀਦਾ। ਹੁਣ ਬਹੁਤੇ ਲੋਕ ਇਸ ਕਰਕੇ ਇਸ ਇਤਿਹਾਸ ਨੂੰ ਝੁਠਲਾਉਣ ਦਾ ਯਤਨ ਕਰਦੇ ਨੇ ਵੀ ਸਿਰ ਕੱਟੇ ਤੋਂ ਆਦਮੀ ਤੇ ਮਰ ਜਾਂਦਾ ਹੈ, ਅਤੇ ਉਹਨਾਂ ਨੇ ਜੰਗ ਕਿਵੇਂ ਕੀਤਾ। ਭਾਈ, ਇਹ ਗੁਰੂ ਦੀ ਸ਼ਕਤੀ ਹੈ, ਇਹ ਅੰਮ੍ਰਿਤ ਦੀ ਸ਼ਕਤੀ ਹੈ, ਇਹ ਭਗਤੀ ਦੀ ਸ਼ਕਤੀ ਹੈ। ਕਲਗੀਧਰ ਪਾਤਸ਼ਾਹ ਨੇ ਮਹਾਰਾਜਾ ਖੜਕ ਸਿੰਘ ਦਾ ਇਤਿਹਾਸ ਲਿਖਿਆ 10ਵੇਂ ਗ੍ਰੰਥ ਦੇ ਅੰਦਰ, ਉਹ ਪੜ੍ਹ ਲਵੋ। ਉਹ ਵੀ ਸਿਰ ਤੋਂ ਬਿਨਾਂ ਲੜਿਆ ਸੀ। ਹੁਣ ਕਲਗੀਧਰ ਪਾਤਸ਼ਾਹ ਖੜਕ ਸਿੰਘ ਦਾ ਇਤਿਹਾਸ ਲਿਖਦੇ ਨੇ ਜੋ ਸਿਰ ਤੋਂ ਬਿਨਾਂ ਲੜਿਆ ਸੀ, ਅਤੇ ਹੁਣ ਇਹ ਗੁਰੂ ਦਾ ਲਾਲ ਸੀ, ਗੁਰੂ ਦਾ ਸਪੁੱਤਰ ਸੀ ਬਾਬਾ ਦੀਪ ਸਿੰਘ, ਇਹ ਕਿਉਂ ਨਹੀਂ ਸਿਰ ਤੋਂ ਬਿਨਾਂ ਲੜ ਸਕਦਾ ਸੀ? ਇਹੋ ਜਿਹੀਆਂ ਸ਼ੰਕਾ ਉਹ ਕਰਦੇ ਨੇ ਜਿਨ੍ਹਾਂ ਨੂੰ ਗੁਰੂ 'ਤੇ ਪੂਰਨ ਭਰੋਸਾ ਨਹੀਂ ਹੁੰਦਾ। ਜਿਨ੍ਹਾਂ ਨੂੰ ਪੂਰਨ ਭਰੋਸਾ ਹੋਵੇ ਉਹ ਕਦੇ ਗੁਰੂ 'ਤੇ ਇਤਿਹਾਸ 'ਤੇ ਅਤੇ ਮਹਾਂਪੁਰਖਾਂ ਦੇ ਬਚਨਾਂ 'ਤੇ ਕਦੇ ਸ਼ੰਕਾ ਕਰਦੇ ਹੀ ਨਹੀਂ। ਪਰ ਉਹ ਬਚਨ ਗੁਰਮਤਿ ਦੀ ਕਸਵੱਟੀ 'ਤੇ ਪੂਰੇ ਉਤਰਦੇ ਹੋਣੇ ਚਾਹੀਦੇ ਨੇ। ਸੋ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਅਸਲੀ ਪ੍ਰੇਮੀ ਨੇ, ਸੱਚੇ ਆਸ਼ਿਕ ਨੇ, ਉਹਨਾਂ ਦੀ ਨਿਸ਼ਾਨੀ ਦੱਸ ਰਹੇ ਨੇ ਵੀ ਜੇ ਪ੍ਰੇਮ ਦੀ ਖੇਡ ਖੇਡਣ ਦਾ ਕਿਸੇ ਦੇ ਮਨ ਦੇ ਵਿੱਚ ਚਾਅ ਹੈ, ਉਹ ਆਪਣਾ ਸਿਰ ਤਲੀ 'ਤੇ ਰੱਖ ਕੇ ਆਵੇ। ਇਸ ਰਸਤੇ 'ਤੇ ਚੱਲਦਿਆਂ ਹੋਇਆਂ ਕੋਈ ਹਿਚਕਚਾਹਟ ਨਾ ਕਰੇ। ਇਸ ਰਸਤੇ 'ਤੇ ਐਨ ਪੱਕੇ ਇਰਾਦੇ ਦੇ ਨਾਲ ਪੈਰ ਰੱਖੇ ਅਤੇ ਸਿਰ ਦੇ ਦੇਵੇ ਗੁਰੂ ਨੂੰ, ਕੋਈ ਕਾਨ ਘਨੌੜ ਨਾ ਮੰਨੇ, ਅਤੇ ਫਿਰ ਹੀ ਉਹ ਸੱਚਾ ਸਿੱਖ ਗੁਰੂ ਦਾ ਬਣ ਸਕਦਾ ਹੈ। ਇਹ ਹੈ ਪਾਵਨ ਬਾਣੀ ਦੀ ਵਿਚਾਰ ਜੋ ਸੰਗਤਾਂ ਨੇ ਸਰਵਣ ਕੀਤੀ ਹੈ, ਅਤੇ ਆਪਾਂ ਇਸ ਨੂੰ ਸੁਣਿਆ, ਆਪਣੇ ਜੀਵਨ ਵਿੱਚ ਵਸਾਈਏ। ਇਹਦੇ ਨਾਲ ਹੀ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।